ਇੰਨੀ ਦੇਰ ਵਿੱਚ ਇਹ ਉਹਨਾਂ ਦੇ ਲੈਫਟ ਤੋਂ ਇੱਕ ਸਰਦਾਰ ਆਇਆ ਮੋਟਰਸਾਈਕਲ ਤੇ, ਵੈਲ ਬਿਲਟ ਸਟਰੋਂਗ। ਇਹ ਜਦੋਂ ਇਹ ਚੌਂਕ ਦੇ ਵਿੱਚ ਆਇਆ ਤੇ ਉਹ ਗੁੰਡਿਆਂ ਨੇ ਕੋਸ਼ਿਸ਼ ਕੀਤੀ ਉਹਨੂੰ ਢਾਣ ਦੀ, ਬਟ ਹੀ ਪੁਲਡ ਆਊਟ ਹਿਸ ਗਨ ਤੇ ਉਹਨੇ ਫਾਇਰ ਕੀਤਾ ਤੇ ਤਿੱਤਰ ਬਿੱਤਰ ਹੋ ਗਏ। ਇੱਕ ਸਿੱਖ ਕਾਰਪੈਂਟਰ ਕੇ 70 ਇਅਰਸ 올ਡ, ਟੁੱਟੀ ਭੱਜੀ ਉਹਦੀ ਸਾਈਕਲ ਦੇ ਉੱਤੇ ਉਹਨੇ ਉਹ ਪੋਟਲੀ ਬੰਨੀ ਹੋਈ, ਦਿਨ ਦਾ ਖਾਣਾ, ਵਿਚਾਰਾ ਕਿਧਰੇ ਜਾ ਰਿਹਾ ਹੋਣਾ ਆਪਣਾ ਕੰਮ ਕਰਨ। ਗਰੀਬ ਬੰਦਿਆਂ ਨੂੰ ਕੀ ਪਤਾ ਕਿ ਪਾਕਿਸਤਾਨ ਔਰ ਇੰਡੀਆ ਬਣ ਰਿਹਾ, ਔਰ ਉਹ ਇਹੀ ਸੋਚ ਰਿਹਾ ਹੋਣਾ ਕਿ ਮੈਂ ਤੇ ਇੱਥੇ ਰੋਜ਼ ਜਾਣਾ ਸਾਂ ਔਰ ਇਹ ਸਾਰਿਆਂ ਦੇ ਸਾਹਮਣੇ ਜਾਣਾ ਸਾਂ ਤੇ ਮੈਂ ਤੇ ਕੰਮ ਤੇ ਜਾ ਰਿਹਾ। ਉਹ ਜਦੋਂ ਆਇਆ ਤੇ ਉਹਨੂੰ ਫਿਰ ਇਹਨਾਂ ਨੇ ਬੜੀ ਬੁਰੀ ਤਰ੍ਹਾਂ ਕਤਲ ਕੀਤਾ। ਕਹਿੰਦੇ 1991 ਵਿੱਚ ਇੱਕ ਕਿਸੇ ਨੇ ਦਰਵਾਜ਼ਾ ਖੜਕਾਇਆ ਤੇ ਜਦ ਮੈਂ ਖੋਲਿਆ ਤੇ a Muslim woman in a white burqa looked at me. The face seemed familiar. ਤੇ ਉਹ ਔਰਤ ਨੇ ਕਿਹਾ ਮੈਂ ਤੇਰੀ ਬੀਬੀ ਹਾਂ, ਯਾਨੀ ਆਈ ਐਮ ਯੋਰ ਮਦਰ। ਹੋਇਆ ਹੈ ਕਿ ਉਹਦੀ ਮਦਰ, ਉਹਦੀ ਜ਼ਿੰਦਗੀ ਬਚ ਗਈ। ਉਹ ਜਵਾਨ ਕੁੜੀ ਸੀ, ਜਦੋਂ ਉਹ ਪਾਕਿਸਤਾਨ ਆਈ ਤੇ ਉਹਦੇ ਭਰਾਵਾਂ ਨੇ ਉਹਦੀ ਵਿਆਹ ਕਰ ਛੱਡਿਆ, ਉਹਦੀ ਹੁਣ ਆਪਣੀ ਔਲਾਦ ਸੀ। ਲੇਕਿਨ ਉਹ ਜਿੱਥੇ ਰਹਿੰਦੀ ਸੀ ਉਹ ਹਰ ਸਾਲ ਜਾ ਕੇ ਜਦੋਂ ਸਿੱਖ ਆਉਂਦੇ ਸਨ ਨਾ ਉੱਥੇ ਨਨਕਾਣਾ ਸਾਹਿਬ, ਉਹ ਜਾ ਕੇ ਪੁੱਛਦੀ ਸੀ ਕੋਈ ਇਸ ਪਿੰਡ ਦਾ ਤੇ ਨਹੀਂ, ਇਸ ਪਿੰਡ ਦਾ ਤੇ ਨਹੀਂ। ਗੱਲ ਇਹ ਤੁਸੀਂ ਦੱਸੋ ਅਮਰਿੰਦਰ ਸਿੰਘ ਜਾਂ ਬਾਕੀ ਲੋਕਾਂ ਨੂੰ ਜਿਹੜੇ ਸੁਣਨ ਜੀ, ਸਵੇਰ ਤੋਂ ਸ਼ਾਮ ਜੇ ਮੈਂ ਤੁਹਾਨੂੰ ਮਿਲਾਂ, ਮੈਂ ਤੁਹਾਡਾ ਲੀਡਰ ਬਣ ਜਾਣਾ ਯਾਰ, ਹੈ ਔਰ ਕਹਾਂ ਕਿ ਹਿੰਦੂ ਔਰ ਮੁਸਲਮਾਨ ਦੋ ਕੌਮਾਂ ਨੇ, ਕਦੀ ਮਿਲ ਕੇ ਨਹੀਂ ਰਹਿ ਸਕਦੇ, ਇਹਨਾਂ ਦੀ ਕੋਈ ਵੀ ਗੱਲ ਨਹੀਂ ਕਾਮਨ ਨਹੀਂ ਹੁੰਦੀ ਜੀ, ਲਿਹਾਜ਼ਾ ਤੁਸੀਂ ਮੇਰੇ ਨਾਲ ਆਵੋ ਤੇ ਪਾਕਿਸਤਾਨ ਬਣਾਉਂਦੇ ਆ। ਓਕੇ ਜੀ, ਮੈਂ ਉਹ ਪਾਕਿਸਤਾਨ ਬਣਾਉਣ ਲਈ ਆਪਣੀ ਘਰ ਵੀ ਛੱਡ ਦੇਣਾ, ਸਾਰਾ ਕੁਝ ਛੱਡ ਦੇਣਾ ਕਿ ਪਾਕਿਸਤਾਨ ਹੁਣ ਮੁਸਲਮਾਨਾਂ ਦਾ ਮੁਲਕ ਬਣੇਗਾ। ਫਿਰ ਪਾਕਿਸਤਾਨ ਜਾਂਦਾ ਹੈ ਬਣ ਜੀ, ਅਗਲੇ ਦਿਨ ਮੈਂ ਕਹਿ ਦੇਣਾ ਕਿ ਯਾਰ ਇਹਦੇ ਤੇ ਹਿੰਦੂ ਮੁਸਲਮਾਨ ਸਿੱਖ ਸਾਰੇ ਇਕੱਠੇ ਰਹਿਣਗੇ। ਦੇਖੋ ਜੀ ਗੱਲ ਸੁਣੋ, ਇਸਲਾਮ ਜਿਹੜਾ ਹੈ ਉਹ ਇੱਕ ਮਿਸ਼ਨਰੀ ਰਿਲੀਜਨ ਹੈ ਜੀ। ਜੇ ਤੁਸੀਂ ਉਹਨੂੰ ਉਹਦੇ ਟੈਰੀਟੋਰੀਜ਼ ਬੰਦ ਕਰ ਦਿਓਗੇ ਤਾਂ ਤੁਸੀਂ ਇਸਲਾਮ ਦੀ ਮਿਸ਼ਨ ਨੂੰ ਕਮਜ਼ੋਰ ਕਰ ਰਹੇ ਹੋ ਨਾ। ਦੂਸਰੀ ਗੱਲ ਹੈ ਕਿ ਮੁਸਲਮਾਨ ਜਿਹੜੇ ਇੱਥੋਂ ਦੇ ਸਨ ਜਾਂ ਸਿੱਖ ਸਨ, ਉਹ ਹਿੰਦੂ ਸਨ, ਉਹ ਹੈਨ ਤੇ ਇੱਥੋਂ ਦੀ ਜ਼ਮੀਨ ਦੇ ਹਿੱਸਾ ਸਨ ਨਾ। ਮੇਰੇ ਫਾਦਰ ਦੇ ਮਾਈ ਫਾਦਰ ਵਾਸ ਦੈਨ ਇੰਪਲੋਇਡ ਇਨ ਦ ਲਾਹੌਰ ਕਾਰਪੋਰੇਸ਼ਨ ਤੇ ਉਹਨਾਂ ਦੇ ਮੁਤਹਿਤ ਹੈਗੇ ਸਨ। ਇੱਕ ਮੁੰਡਾ ਸੀ, ਕੀ ਨਾਂ ਹੈ ਯਾਰ, ਖੈਰ ਇੱਕ ਹਿੰਦੂ ਮੁੰਡਾ ਸੀ ਤੇ ਇੱਕ ਸਿੱਖ ਉਹਨਾਂ ਦਾ ਕੋਈ ਡਰਾਈਵਰ ਜਿਹਾ ਸੀ। ਉਹ ਦੋਨੋਂ ਆ ਗਏ ਕਿ ਮਹਾਰਾਜ ਸਾਡਾ ਤੇ ਇਹ ਹਾਲ ਹੈ। ਮਾਈ ਫਾਦਰ ਦੈਨ ਹੈਲਪ ਦੈਮ ਕ੍ਰਾਸ ਦ ਬਾਰਡਰ। ਓਕੇ, ਲੇਕਿਨ ਜਦੋਂ ਲਾਹੌਰ ਵਿੱਚ ਉਹ ਛਠੀ ਬਾਦਸ਼ਾਹੀ 'ਚ ਅਟੈਕ ਹੋਇਆ, ਉਹਦਾ ਜ਼ਿਕਰ ਮੈਂ ਕੀਤਾ ਛਠੀ ਬਾਦਸ਼ਾਹੀ ਦਾ ਕਿ ਨਹੀਂ? ਛੇਵੀਂ ਬਾਦਸ਼ਾਹੀ ਦਾ ਨਹੀਂ, ਉਹ ਹਲੇ ਆ ਜਾਂਦੇ ਆ। ਹੁਣ ਮੇਰੀ ਮਦਰ ਵਾਲਾ ਇਨਸੀਡੈਂਟ ਆ ਜਾਂਦੇ ਆ। ਔਰ ਦੇਖੋ ਅਸੀਂ ਰਹਿਣ ਵਾਲੇ ਹਾਂ ਟੈਂਪਲ ਰੋਡ ਲਾਹੌਰ ਦੇ ਜੀ, ਬੜਾ ਮਸ਼ਹੂਰ ਰੋਡ ਆ। ਹੁਣ ਖੈਰ ਪੁਰਾਣੇ ਸਮੇਂ 'ਚ ਹਾਂ ਜੀ, ਇਹ ਉਹ ਇਲਾਕੇ ਨੇ ਜਿਹੜੇ ਵੈਨ ਬ੍ਰਿਟਨ ਡਿਵੈਲਪਡ ਲਾਹੌਰ, ਤੇ ਥੀਸ ਵਰ ਦ ਮਿਡਲ ਕਲਾਸ ਏਰੀਆਸ ਵਿਦ ਡਿਵੈਲਪ ਮਿਡਲ ਕਲਾਸ ਏਰੀਆਸ। ਅੱਛਾ, ਉੱਥੇ ਹੁੰਦੀ ਸੀ ਛੇਵੀਂ ਬਾਦਸ਼ਾਹੀ ਜੀ ਸਿੱਖਾਂ ਦੀ। ਤੁਹਾਡੇ ਜਿਹੜੇ ਛੇਵੇਂ ਗੁਰੂ ਨੇ ਉਹ ਕਹਿੰਦੇ ਨੇ ਇੱਕ ਜ਼ਮਾਨੇ 'ਚ ਉੱਥੇ ਬੈਠਦੇ ਹੁੰਦੇ ਸਨ ਜੀ। ਮੈਂ ਗਿਆ ਉਸ ਗੁਰਦੁਆਰੇ 'ਚ। ਅੱਛਾ, ਛੇਵੀਂ ਪਾਤਸ਼ਾਹੀ। ਉਹ ਬਾਅਦ ਵਿੱਚ 1930 ਦੁਬਾਰਾ ਬਣਾਇਆ ਗਿਆ, ਲੇਕਿਨ ਓਰੀਜਨਲੀ ਇਟ ਇਜ਼ ਵੇ ਬੈਕ ਟੂ ਦ ਛੇਵੇਂ ਗੁਰੂ। ਜੀ ਜੀ, ਠੀਕ ਹੈ। ਉਹਨਾਂ ਦੇ ਨਾਲ ਜਿਹੜਾ ਮਜ਼ਾਰ ਹੈ ਉਹ ਮੇਰੇ ਫਰੈਂਡਸ ਦੇ ਬਜ਼ੁਰਗਾਂ ਦਾ ਹੈਗਾ। ਸੋ ਆਈ ਨੋ ਦੈਟਸ, ਉਹ ਮੇਰੇ ਘਰ ਤੋਂ ਕੋਈ 200 ਮੀਟਰਸ ਹੈ ਜਗ੍ਹਾ ਔਨ ਦ ਸੇਮ ਰੋਡ ਜੀ। ਤੇ ਉਹ ਮੈਂ ਸ਼ਾਇਦ ਤੁਹਾਨੂੰ ਦੱਸਿਆ, ਮੇਰੀ ਮਦਰ ਨੇ ਉਹ ਦੇਖਿਆ ਸੀ ਇੱਕ ਸਿੱਖ ਕਾਰਪੈਂਟਰ ਦਾ। ਉਹ ਤੇ ਤੁਹਾਨੂੰ ਮੈਂ ਦੱਸ ਚੁੱਕਿਆ ਹੋਇਆ ਨਿਹਾਲ, ਆਈ ਹੈਵ ਟੋਲਡ ਯੂ ਦੈਟ ਸਟੋਰੀ ਕਿ ਨਹੀਂ? ਇਸ ਤੇ ਨਹੀਂ ਦੱਸਿਆ ਜੀ। ਅੱਛਾ, ਉਹ ਹੈ ਕਿ 12 ਅਗਸਤ ਨੂੰ ਜਦੋਂ ਅੱਗਾਂ ਲੱਗ ਰਹੀਆਂ ਸਨ ਜੀ, at about 10 in the morning, my mother just out of curiosity looked out from the windows ਜਿਹੜੀ ਟੈਂਪਲ ਰੋਡ ਤੇ ਖੁੱਲਦੀ ਸੀ, ਤੇ ਉਹਨਾਂ ਨੇ ਦੇਖਿਆ ਕਿ as you look like this, on her right hand ਜਿਹੜਾ ਇੱਕ ਚੌਂਕ ਸੀ, ਉਹਦੇ ਵਿੱਚ ਜਿਹੜਾ ਉਸ ਇਲਾਕੇ ਦਾ ਗੁੰਡਾ ਸੀ ਨਾ, ਸਾਰੇ ਇਕੱਠੇ ਸਨ। ਤੇ ਉਹ ਲੱਗਦਾ ਸੀ ਇਹਨਾਂ ਨੂੰ ਕਿ ਜਾਂ ਤੇ ਕਿਧਰੀ ਜਾ ਕੇ ਹਮਲਾ ਕਰਨ ਵਾਲੇ ਨੇ ਜਾਂ ਇੱਥੇ ਕੁਝ ਕਰਨ ਵਾਲੇ ਨੇ, ਕਿਉਂਕਿ ਸਾਡੇ ਇਲਾਕਾ ਮੁਸਲਮਾਨਾਂ ਮੈਜੋਰਿਟੀ ਸੀ, ਲੇਕਿਨ ਹਿੰਦੂ ਸਿੱਖ ਵੀ ਇਲਾਕੇ ਉੱਥੇ ਰਹਿੰਦੇ ਸਨ। ਠੀਕ ਹੈ ਜੀ ਜੀ ਜੀ।
ਇੰਨੀ ਦੇਰ ਵਿੱਚ ਉਹਨਾਂ ਦੇ ਲੈਫਟ ਤੋਂ ਇੱਕ ਸਰਦਾਰ ਆਇਆ ਮੋਟਰਸਾਈਕਲ ਤੇ, ਹੂੰ, ਹੂੰ, ਵੈਲ ਬਿਲਟ, ਸਟਰੋਂਗ। ਇਹ ਜਦੋਂ ਇਹ ਚੌਂਕ ਦੇ ਵਿੱਚ ਆਇਆ ਤੇ ਉਹ ਗੁੰਡਿਆਂ ਨੇ ਕੋਸ਼ਿਸ਼ ਕੀਤੀ ਉਹਨੂੰ ਢਾਣ ਦੀ, ਹੂੰ, ਬਟ ਹੀ ਪੁਲਡ ਆਊਟ ਹਿਸ ਗਨ ਤੇ ਉਹਨੇ ਫਾਇਰ ਕੀਤਾ ਤੇ ਤਿੱਤਰ ਬਿੱਤਰ ਹੋ ਗਏ। ਜੀ, ਖੈਰ ਇਹ ਉੱਥੇ ਹੀ ਖਲੋਤੇ ਰਹੇ। ਇੰਨੀ ਹੂੰ, ਦੇਰ ਵਿੱਚ ਉਧਰੋਂ ਹੀ ਲੈਫਟ ਤੋਂ ਇੱਕ ਸਿੱਖ ਕਾਰਪੈਂਟਰ ਕੇਮ, ਜੀ, 70 ਇਅਰਸ 올ਡ, ਟੁੱਟੀ ਭੱਜੀ ਉਹਦੀ ਸਾਈਕਲ, ਸਾਈਕਲ ਦੇ ਉੱਤੇ ਉਹਨੇ ਉਹ ਪੋਟਲੀ ਬੰਨੀ ਹੋਈ, ਦਿਨ ਦਾ ਖਾਣਾ, ਵਿਚਾਰਾ ਕਿਧਰੇ ਜਾ ਰੋਟੀ ਰਿਹਾ ਵਾਲੀ। ਹੋਣਾ ਆਪਣਾ ਕੰਮ ਕਰਨ। ਜੀ, ਗਰੀਬ ਜੀ, ਜੀ, ਬੰਦਿਆਂ ਜੀ। ਨੂੰ ਕੀ, ਗਰੀਬ ਬੰਦਿਆਂ ਨੂੰ ਕੀ ਪਤਾ ਕਿ ਪਾਕਿਸਤਾਨ ਔਰ ਇੰਡੀਆ ਬਣ ਰਿਹਾ, ਔਰ ਸਹੀ, ਉਹ ਸਹੀ। ਇਹੀ ਸੋਚ ਰਿਹਾ ਹੋਣਾ ਕਿ ਮੈਂ ਤੇ ਇੱਥੇ ਰੋਜ਼ ਜਾਨਾ ਸਾਂ ਔਰ ਇਹ ਸਾਰਿਆਂ ਦੇ ਸਾਹਮਣੇ ਜਾਨਾ ਸਾਂ ਤੇ ਮੈਂ ਤੇ ਕੰਮ ਤੇ ਜਾ ਰਿਹਾ। ਹੂੰ, ਹੂੰ, ਉਹ ਜਦੋਂ ਆਇਆ ਤੇ ਉਹਨੂੰ ਫਿਰ ਇਹਨਾਂ ਨੇ ਬੜੀ ਬੁਰੀ ਤਰ੍ਹਾਂ ਕਤਲ ਕੀਤਾ। ਮਾਈ ਮਦਰ ਸੌ ਇਟ ਐਂਡ ਮਾਈ ਮਦਰ ਦੈਨ ਕੇਮ, ਜਦੋਂ ਮੈਂ ਸਵੀਡਨ ਆ ਗਿਆ ਮੈਂ ਉਹਨਾਂ ਨੂੰ ਬੁਲਾ ਲਿਆ। ਸ਼ੀ ਡਾਈਡ ਇਨ ਫੈਬਰੂਰੀ 1990। ਅਖੀਰ ਜੀ, ਤੱਕ ਉਹ ਕਹਿੰਦੇ ਰਹੇ ਕਿ ਉਹ ਸਰਦਾਰ ਨਾਲ ਬੜਾ ਜ਼ੁਲਮ ਹੋਇਆ ਸੀ। ਬਿਲਕੁਲ। ਯੂ ਗੈਟ ਦ ਪੁਆਇੰਟ। ਜੀ, ਬਿਲਕੁਲ, ਜਿਨ੍ਹਾਂ ਨੇ ਇਹ ਚੀਜ਼ਾਂ ਦੇਖੀਆਂ ਵੀ ਨੇ ਇਨਸੀਡੈਂਟ, ਉਹਨਾਂ ਲਈ ਵੀ ਇੱਕ ਬੜਾ ਅਸਹਾਏ ਸੀਗਾ ਇਹ। ਓਏ ਓਏ ਓਏ, ਇੱਕ ਆਮ ਔਰਤ ਜਿਹਨੇ ਕਦੀ ਮਹਿਲ ਕੋਈ ਇਹੋ ਜਿਹੀ ਉਹਨੂੰ ਤੇ ਉਹਦੀ ਅੱਖਾਂ ਦੇ ਸਾਹਮਣੇ ਇੱਕ ਨਹੱਤਾ ਕਤਲ। ਗਰੀਬ ਹੂੰ, ਬੁੱਢਾ ਸਿੱਖ ਜਿਹੜਾ ਵਿਚਾਰਾ ਕੁਝ ਕਰ ਹੀ ਨਹੀਂ ਸਕਦਾ, ਹੂੰ, ਉਹਨੂੰ ਤੁਸੀਂ ਮਾਰ ਦਿਓ ਤੇ ਇਹ ਤੇ ਬੁਜ਼ਦਿਲੀ ਹੈ ਨਾ। ਤੇ ਉਹ ਬੁਜ਼ਦਿਲ ਹੀ ਹੈ। ਇੰਝ ਹੀ ਹੈ ਕਿ ਇਹ ਛੋਟੇ ਬੱਚੇ ਨੂੰ ਮੈਂ ਮਾਰ ਦਿਆਂ ਤੇ ਮੈਂ ਤੇ ਹੂੰ, ਹੀਰੋ ਨਾ ਹੋਇਆ। ਜੀ, 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 ਤੇ ਉਹ ਜਿਹੜਾ ਜਦੋਂ ਉਹ ਸਰਦਾਰ ਹੋਰੀ ਆਏ ਗਨ ਵਾਲੇ, ਉਦੋਂ ਇਹ ਤਿੱਤਰ ਬਿੱਤਰ ਹੋ ਗਏ। ਜੀ, ਜੀ, ਜੀ। ਜਿਹੜਾ ਬੁੱਲੀ ਹੁੰਦਾ ਹੈ ਨਾ, ਉਹ ਬੇਸਿਕਲੀ ਕਾਵਰਡ ਹੁੰਦਾ ਹੈ, ਯਾਦ ਰੱਖਣਾ। ਹੂੰ, ਔਰ ਬੁੱਲੀ ਹਮੇਸ਼ਾ ਕਰਾਊਡ ਵਿੱਚ ਆ ਕੇ, ਮੌਬ ਵਿੱਚ ਆ ਕੇ ਤੁਹਾਡੇ ਤੇ ਹਮਲਾ ਕਰਦਾ ਹੈ। ਉਹਦੇ ਚ ਆਪਣੀ ਜੀ, ਹਿੰਮਤ ਨਹੀਂ ਹੁੰਦੀ। ਹੂੰ, ਹੂੰ, ਇਹ ਤਾਂ ਉਹੀ ਹੋਇਆ ਨਾ, ਬਿਲਕੁਲ ਇਹੋ ਕਾਰਪੈਂਟਰ ਹੈ। ਨੂੰ ਮਾਰ ਛੱਡਿਆ। ਔਰ ਉਹ ਹੂੰ, ਵੀ ਇੱਕ ਬੁੱਢੇ ਆਦਮੀ ਨੂੰ ਮਾਰਨਾ ਤੇ ਵੈਸੇ ਹੀ ਜ਼ੁਲਮ ਹੈ, ਪਾਪ ਹੈ। ਜੀ, 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 ਲੇਕਿਨ ਜੀ। ਗੁੰਡੇ ਜਿਹੜੇ ਹੁੰਦੇ ਨੇ ਉਹ ਬੇਸਿਕਲੀ ਬੁਜ਼ਦਿਲ ਹੁੰਦੇ ਨੇ। ਹੂੰ, ਹੂੰ, They are not brave people, they are cowards, ਹੂੰ, and they ਹੂੰ, found this poor man and killed him. ਹੂੰ, Okay, ਜੀ, 13 ਨੂੰ which is the next day ਹੋਇਆ ਕਿ 6ਵੀਂ ਬਾਦਸ਼ਾਹੀ ਦੇ ਵਿੱਚ ਸਿੱਖ ਜਿਹੜੇ ਇਧਰੋਂ ਨਾਰਦਰਨ ਪੰਜਾਬ ਤੋਂ ਵਿਚਾਰੇ ਬਚ ਕੇ ਆ ਰਹੇ ਸਨ ਨਾ, ਜੀ, ਉਹਨਾਂ ਨੇ ਉੱਥੇ ਪਨਾਹ ਲੈਣੀ ਸ਼ੁਰੂ ਕਰਤੀ ਸੀ, ਵੇਟਿੰਗ ਫॉर ਐਨ ਓਕੇਜ਼ਨ ਟੂ ਕ੍ਰਾਸ ਦ ਵਾਗਾ ਬਾਰਡਰ। ਵਾਗਾ ਹੂੰ, ਦੇ ਹੂੰ, ਉੱਤੇ ਬਹੁਤ ਕਤਲੇਆਮ ਹੋ ਰਿਹਾ ਸੀ, ਬਹੁਤ ਕਤਲੇਆਮ ਹੋ ਰਿਹਾ ਜੀ, ਸੀ। ਜੀ, 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 ਮੁਜ਼ੰਗ ਪੁਲਿਸ ਸਟੇਸ਼ਨ ਵੀ ਟੈਂਪਲ ਰੋਡ ਦੇ ਕੋਲ ਹੈ ਔਰ ਇਸ 6ਵੀਂ ਬਾਦਸ਼ਾਹੀ ਦੇ 50 ਮੀਟਰ ਦੇ ਨਾਲ ਬਿਲਕੁਲ ਨਾਲ ਹੀ ਹੈ। ਹੂੰ, ਹੂੰ, ਉੱਥੋਂ ਦਾ ਥਾਣੇਦਾਰ ਮਲਿਕ ਮਕਸੂਦ, ਹੂੰ, ਉਹਨਾਂ ਨੇ ਇਹ ਮੁਜ਼ੰਗ ਦੇ ਇੱਕ ਪੁਲਿਸ ਸਟਾਊਟ ਜਿਹਦਾ ਨਾਂ ਸੀ ਮੁਜਾਹਿਦ ਤਾਜਦੀਨ, ਜੀ, ਉਹਨੂੰ ਕਿਹਾ ਕਿ ਯਾਰ ਗੁੰਡੇ ਚਾਹੀਦੇ ਨੇ, ਇਹ ਸਿੱਖ ਇੱਥੇ ਆਪਣਾ ਬੈਠੇ ਹੋਏ ਨੇ, ਇਹਨਾਂ ਨੂੰ ਭਜਾਣਾ ਹੈ, ਉਧਰ ਹੂੰ, ਮੁਸਲਮਾਨਾਂ ਨਾਲ ਜ਼ੁਲਮ ਹੋ ਰਿਹਾ ਹੈ ਤੇ ਹੂੰ, ਹੂੰ, ਇਹਨਾਂ ਨੂੰ ਇੱਥੋਂ ਭਜਾਣਾ ਹੈ, ਅਸੀਂ ਹੂੰ, ਮਾਰ ਦੇਣਾ ਹੈ। ਹੂੰ, ਫਿਰ 13 ਦੀ ਰਾਤ ਨੂੰ ਫਿਰ ਇਹਨਾਂ ਨੇ ਅਟੈਕ ਕੀਤਾ ਔਰ ਜਿੰਨੇ ਸਿੱਖ ਸਨ ਨਾ ਉੱਥੇ ਮਾਰ ਛੱਡੇ। ਕੁਝ ਲੋਕਾਂ ਹੂੰ, ਦਾ ਖਿਆਲ ਹੈ ਕਈ 100 ਸਨ, ਹੂੰ, ਆਫੀਸ਼ੀਅਲ ਫਿਗਰ 29। ਜੀ, ਹੁਣ ਤੁਸੀਂ ਜੇ ਚਲੇ ਜਾਓ ਈਸਟ ਪੰਜਾਬ ਵਿੱਚ ਤੇ ਇਸ ਸਕੇਲ ਨੂੰ ਕਈ ਜਗ੍ਹਾ ਤੁਸੀਂ ਦੇਖੋ। ਉਹਨਾਂ ਨੇ ਮਸਲਨ ਉਹਦੇ 'ਚ ਇੱਕ ਸਟੋਰੀ ਹੈ, ਚੌਧਰੀ ਵਟਐਵਰ ਹੀ ਵਾਸ ਫਰੋਮ ਆਦਮਪੁਰ ਪਟਿਆਲਾ। ਜੀ, ਉਹਨਾਂ ਨੇ ਬੜੀ ਦਰਦਨਾਕ ਸਟੋਰੀ ਦੱਸੀ ਹੈ ਕਿ ਸਾਡੇ ਇਸ ਇਲਾਕੇ ਦੇ ਵਿੱਚ ਬੇਸਿਕਲੀ ਸਿੱਖਾਂ ਦਾ ਪਿੰਡ ਸੀ, ਲੇਕਿਨ ਅਸੀਂ ਵੀ ਇੱਥੇ ਰਹਿੰਦੇ ਸਾਂ ਹੂੰ, ਹੂੰ, ਔਰ ਸਾਡੀ ਛੋਟੀ ਮੋਟੀ ਜ਼ਮੀਨ ਸੀ, ਆਪਣਾ ਸੀ। ਕਿਸ ਤਰ੍ਹਾਂ ਪਟਿਆਲਾ ਆਰਮੀ ਨੇ ਔਰ ਬਾਕੀਆਂ ਨੇ ਆ ਕੇ ਹਮਲੇ ਕੀਤੇ ਔਰ ਇਰਦ ਗਿਰਦੇ ਫਿਰ ਮੈਂ ਕਈ ਪਿੰਡਾਂ 'ਚ ਜਾ ਕੇ ਉਹ ਐਵੀਡੈਂਸ ਲਿਆ ਔਰ ਜੀ, ਉੱਥੇ ਜੀ, ਲੋਕਲ ਸਿੱਖਾਂ ਨੂੰ ਵੀ ਮੈਂ ਲੱਭ ਲਿਆ ਜਿਹੜੇ ਉੱਥੇ ਉਸ ਦਿਨ ਸਨ। ਉਹਨਾਂ ਸਾਰਿਆਂ ਹੂੰ, ਨੇ ਕਨਫਰਮ ਕੀਤਾ ਕਿ ਹੂੰ, ਆਪਣਾ ਵਾਕਈ ਇਹਨਾਂ ਨੂੰ ਬਹੁਤ ਮੁਸਲਮਾਨਾਂ ਤੇ ਜ਼ੁਲਮ ਹੋਇਆ ਹੈ। ਤੇ ਲਿਹਾਜ਼ਾ ਜੀ, ਉਹ ਕਈ ਸਟੋਰੀਜ਼ ਉਧਰ ਵੀ ਹਨ ਹੂੰ, ਜਿਹੜੀਆਂ ਕਿ ਹੂੰ, ਦੱਸੀ ਜਾ ਸਕਦੀਆਂ ਨੇ, ਲੇਕਿਨ ਕਿਉਂਕਿ ਇਹ ਸਾਰੀ ਕਿਤਾਬ ਵਿੱਚ ਨੇ, ਸੋ देयर इज नो ਪੁਆਇੰਟ। ਬਿਲਕੁਲ। ਜਿਹਨੇ ਠੀਕ ਹੈ, ਜ਼ਿਆਦਾ ਡੀਪ ਜਾਣਾ ਉਹ ਕਿਤਾਬ ਦੇ ਵਿੱਚ ਦੇਖ ਸਕਦਾ ਹੈ। ਕਿਤਾਬ ਵੀ ਦੇਖ ਲੈ। ਤੇ ਹੂੰ, ਮੇਰੇ ਖਿਆਲ ਨਾਲ ਵਾਟ ਆਈ ਐਮ ਟ੍ਰਾਈਂਗ ਟੂ ਸੇ ਇਜ਼ ਕਿ ਬਾਈ ਦ ਐਂਡ ਆਫ December 1947 ਜੀ, 4.5 million Hindus and Sikhs from our side of Punjab almost all had crossed the border, ਹੂੰ, and from your side the 6 million Muslims ਹੂੰ, had crossed the border
except for the 800,000 who were killed, maybe more. ਓਕੇ, ਕਿਉਂਕਿ ਡੈਡ ਬੋਡੀ ਕਾਊਂਟ ਤੇ ਕਿਸੇ ਕੋਲ ਵੀ ਨਹੀਂ ਨਾ ਹੈਗਾ, ਇਹ ਤੇ ਸਹੀ ਨੰਬਰ ਐਸਟੀਮੇਟ ਤਾਂ ਹੀ ਹੈ, ਕਿਸੇ ਕੋਲ ਨਹੀਂ। ਜੀ, ਕਿਸੇ ਜੀ, ਕੋਲ ਜੀ। ਨਹੀਂ ਹੈ। ਇਟ ਕੈਨ ਗੋ ਜੀ। ਅਪ ਟੂ 1 ਮਿਲੀਅਨ, ਬਟ ਹੂੰ, 8 ਲੱਖ ਤੋਂ ਘੱਟ ਨਹੀਂ ਹੋ ਸਕਦਾ, ਦਿਸ ਆਈ ਐਮ ਸ਼ੋਰ। ਓਕੇ। ਔਰ ਆਈ ਹੈਵ ਗਿਵਨ ਐਵੀਡੈਂਸ 6 ਪੀਪਲ themselves saying ਕਿ ਅਸੀਂ ਜ਼ਿਆਦਾ ਬਦਲਾ ਲਿਆ ਮੁਸਲਮਾਨਾਂ ਕੋਲੋਂ, ਇਹ ਕਿਤਾਬ ਦੇ ਅੰਦਰ ਜੀ। ਹੈ। ਹਾਂਜੀ, ਇਹ ਇਹ ਵੀ ਗੱਲ ਲਿਸਟ ਆਫ ਤੁਸੀਂ ਫੈਕਟ ਹਾਂਜੀ, ਇਹ ਵੀ ਗੱਲ ਤੁਸੀਂ ਵਾਜਿਹ ਕਰ ਦਿੱਤੀ ਹੈ ਕਿ ਜਿਹੜੀ ਸਟਾਰਟਿੰਗ ਬੇਸ਼ੱਕ ਮੁਸਲਿਮ ਵੱਲੋਂ ਹੋਈ ਸੀ, ਮੁਸਲਮਾਨਾਂ ਪਰ ਮੁਸਲਮਾਨਾਂ ਲਈ ਜਿਹੜਾ ਨੁਕਸਾਨ ਜ਼ਿਆਦਾ ਆ, ਉਹ ਵੀ ਮੁਸਲਿਮ ਦਾ ਹੀ ਹੋਇਆ ਸੀ ਜ਼ਿਆਦਾ, ਜਿਹੜੇ ਕਿ ਜ਼ਿਆਦਾ ਹੋਇਆ, ਜ਼ਿਆਦਾ ਜ਼ਿਆਦਾ ਹੋਇਆ। ਕਤਲ ਹੋਏ ਸਨ, ਤਾਂ ਉਹ ਵੀ ਮੁਸਲਮਾਨ ਹੀ ਹੋਏ ਸਨ, ਜਿਹੜੇ ਈਸਟ ਵਾਲੇ ਪਾਸੇ ਆ, ਪੰਜਾਬ ਜਿਹੜਾ ਹੁਣ ਜਿਹੜਾ ਉਹਦੇ 'ਚ ਇੰਡੀਅਨ ਇੱਕ ਹੋਰ ਵੀ ਪੰਜਾਬ। ਬੈਕਗਰਾਉਂਡ ਹੈ ਨਾ, 1942-45 ਤੋਂ ਮਾਸਟਰ ਤਾਰਾ ਸਿੰਘ ਔਰ ਇਹ ਸਾਰਿਆਂ ਨੂੰ ਸਮਝ ਆ ਗਈ ਸੀ ਕਿ ਯਾਰ ਜੇ ਇੰਡੀਆ ਦੀ ਪਾਰਟੀਸ਼ਨ ਹੁੰਦੀ ਹੈ ਤੇ ਪੰਜਾਬ ਦੀ ਫਿਰ ਅਸੀਂ ਕਰਾਵਾਂਗੇ, ਔਰ ਜੇ ਪੰਜਾਬ ਦੀ ਪਾਰਟੀਸ਼ਨ ਕਰਾਵਾਂਗੇ ਤੇ ਫਿਰ ਸਾਰੇ ਮੁਸਲਮਾਨਾਂ ਨੂੰ ਇੱਥੋਂ ਕੱਢਾਂਗੇ, ਔਰ ਵੈਸਟ ਪੰਜਾਬ ਤੋਂ, ਨਾਰਥ ਪੰਜਾਬ ਤੋਂ, ਸਾਊਥ ਪੰਜਾਬ ਤੋਂ ਜਿਹੜੇ ਸਿੱਖ ਆਣਗੇ, ਉਹਨਾਂ ਨੂੰ ਫਿਰ ਅਸੀਂ ਇਸ ਤਰੀਕੇ ਨਾਲ ਲਿਆ ਕੇ ਪੰਜਾਬ ਵਿੱਚ ਬਸਾਵਾਂਗੇ ਕਿ ਫॉर द ਫਰਸਟ ਟਾਈਮ ਇਨ ਹਿਸਟਰੀ ਇੱਕ ਪੂਰਾ ਕੰਪੈਕਟ ਕੰਟੀਨਿਊਸ ਇਲਾਕਾ ਸਿੱਖ ਮੈਜੋਰਿਟੀ ਦਾ ਹੋ ਜਾਏ। ਜੀ, ਜੀ। ਇੱਥੇ ਉਹਦੀ ਮਤਲਬ ਵਜ੍ਹਾ ਹੈ ਵਿਊਜ਼ ਨੂੰ ਹੋਰ ਵੀ ਦੱਸਣਾ ਇੰਪੋਰਟੈਂਟ ਹੈ ਕਿ ਉਸ ਵੇਲੇ ਦੇ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਸਿੱਖ ਬਹੁ ਗਿਣਤੀ ਨਹੀਂ ਸੀਗਾ। ਨਹੀਂ ਨਹੀਂ, ਸਾਰੇ ਹੀ ਇੱਥੇ ਦੁਬਾਰਾ ਰਿਪੀਟ ਕਰ ਦਿੰਦੇ ਆ, ਜੀ, ਟੋਟਲ ਪੰਜਾਬ ਜਿਹਦੇ ਵਿੱਚ ਪ੍ਰਿੰਸਲੀ ਸਟੇਟਸ ਇਨਕਲੂਡ ਕਰ ਲਓ ਤੇ ਜੀ। 14.1% ਸਿੱਖ ਹੂੰ, ਪੋਪੂਲੇਸ਼ਨ ਸੀ। ਜੀ, ਜੇ ਬ੍ਰਿਟਿਸ਼ ਪੰਜਾਬ ਰੱਖੀਏ ਔਰ ਪ੍ਰਿੰਸਲੀ ਸਟੇਟਸ ਕੱਢ ਦਈਏ ਤੇ ਦ ਸਿੱਖਸ ਵਰ ਓਨਲੀ 13.2%। ਜੀ, Musalman in the total Punjab, including princely states, were 52.3%. ਜੀ, Hindus were 31% if the whole of Punjab was included. British Punjab which Hindu 28.83%, ਜੀ। और Musalman 57.1%. So, ਇਹ percentage ਸਨ। ਇਹ ਪਰਸੈਂਟੇਜ ਬਿਲਕੁਲ। ਠੀਕ ਹੈ। ਜੀ, ਹੋਇਆ ਕਿ ਇੱਕ ਹੋਰ ਵੀ ਮੇਰੀ ਆਰਗੂਮੈਂਟ ਹੈ, ਕਿਉਂਕਿ ਹਿੰਦੂਆਂ ਸਿੱਖਾਂ ਤੇ ਹਮਲੇ ਮਾਰਚ ਤੋਂ ਸ਼ੁਰੂ ਹੋ ਗਏ, ਬਲਕਿ 45 ਦੇ ਇਲੈਕਸ਼ਨ ਤੋਂ ਹੀ ਕਈ ਲੋਕ ਡਰ ਕੇ ਉਹਨਾਂ ਨੇ ਆਪਣੀ ਦੁਕਾਨਾਂ ਵੇਚ-ਵੂਚ ਕੇ ਨਾ ਤੇ ਦੇ ਹੈਡ ਸਟਾਰਟਡ ਕ੍ਰਾਸਿੰਗ, ਹਿੰਦੂ ਔਰ ਸਿੱਖ, ਛੋਟੇ ਜਿਹੜੇ ਜੀ, ਪਿੰਡਾਂ 'ਚ ਬੈਠੇ ਸਨ। ਜੀ, ਕਈ ਜੀ, ਜੀ। ਦਫਾ ਉਹ ਇਕੱਲੇ ਰਹਿ ਗਏ ਤੇ ਆਪਣੇ ਖਾਨਦਾਨ ਨੂੰ ਭੇਜ ਛੱਡਿਆ। ਓਕੇ। ਉਹਦੇ ਬਾਅਦ ਮਾਰਚ 'ਚ ਜਦੋਂ ਹਮਲੇ ਸ਼ੁਰੂ ਹੋ ਗਏ ਤੇ ਫਿਰ ਹੋਰ ਵੀ ਲੋਕ ਚਲੇ ਗਏ। ਹੂੰ, ਹੂੰ। So of the 4.5 million Hindus and Sikhs of ਪੰਜਾਬ ਜਿਹੜੇ ਸਾਡੇ ਪਾਸੇ ਸਨ, ਹੂੰ, ਹਾਂਜੀ, ਜੀ, half a million had already crossed ਜੀ। by the time Radcliffe Award was announced. ਹੂੰ, ਹੂੰ, ਲੇਕਿਨ ਜਿਹੜੇ 6 ਮਿਲੀਅਨ ਉਧਰ ਮੁਸਲਮਾਨ ਸਨ, ਉਹ ਤੇ ਹੂੰ। ਪਹਿਲੀ ਦਫਾ ਲਾਰਜ ਸਕੇਲ ਤੇ 12th ਅਗਸਤ ਨੂੰ ਆਏ ਨੇ, ਓਕੇ, ਲਿਹਾਜ਼ਾ 6 ਮਿਲੀਅਨ were there। ਓਕੇ। ਔਰ ਅੱਛਾ। ਉੱਥੋਂ ਦੇ ਮੁਸਲਮਾਨ ਵਿਚਾਰੇ ਜ਼ਿਆਦਾਤਰ ਪੈਸੇ ਪੂਸੇ ਵਾਲੇ ਨਹੀਂ ਸਨ, ਥੋੜੇ ਹੈਗੇ ਸਨ ਜੀ, ਤੇ ਉਹਨਾਂ ਕੋਲ ਕੋਈ ਹਥਿਆਰ ਵੀ ਨਹੀਂ ਸਨ। ਇਸ ਲਈ ਜਦੋਂ ਹਮਲਾ ਹੋਇਆ ਤੇ ਫਿਰ ਬਹੁਤ ਹੋਇਆ। ਉਹਦੇ 'ਚ ਇੱਕ ਮੇਰਾ ਦੋਸਤ ਹੀ ਹੈ ਜਿਹੜਾ ਹੁਣ ਹੀ ਇਜ਼ ਡੈਡ, ਚੌਧਰੀ ਅਬਦੁਲ ਵਾਹਿਦ, ਉਹ ਹੈਗੇ ਸਨ ਇੱਥੋਂ ਦੇ ਕਿਹੜਾ ਇਲਾਕਾ ਯਾਰ, ਹੁਣ ਸਾਰੇ ਈਸਟ ਪੰਜਾਬ ਦੇ ਹੈਗੇ ਈਸਟ ਨੇ। ਪੰਜਾਬ ਦੇ ਯਾਨੀ ਕਿ ਜੀ। ਈਸਟ ਪੰਜਾਬ ਦਾ ਉਹ ਕਿਹੜਾ ਇਲਾਕਾ ਹੈ? ਇੱਕ ਮਿੰਟ, ਲੈਟ ਮੀ ਸੀ ਨਾਓ, ਹਾਊ ਕੈਨ ਆਈ ਬੀ ਫੋਰਗੇਟਿੰਗ ਐਵਰੀਥਿੰਗ। ਜਿਹੜਾ ਹੁਣ ਜਿੱਥੋਂ ਦਾ ਹੈਗਾ ਯਾਰ, ਕੌਣ? ਆਈ ਲਸ਼ਕਰੇ ਤੈਯਬਾ ਦਾ ਹੈਡ ਹਾਫਿਜ਼ ਸਈਦ, ਉੱਥੋਂ ਦਾ ਹੀ ਹੈ। ਰੋਪੜ? ਹੈ ਰੋਪੜ? ਰੋਪੜ? ਰੋਪੜ, ਯੈਸ 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 ਯੈਸ, ਜੀ, ਐਗਜ਼ੈਕਟਲੀ ਜੀ, ਰੋਪੜ। ਜੀ, ਰੋਪੜ ਦੇ ਉੱਥੇ ਕਈ ਹਜ਼ਾਰ ਪਿੰਡ, ਕਈ ਹਜ਼ਾਰ ਉਹ ਰਹਿੰਦੇ ਸਨ ਗੁੱਜਰ ਮੁਸਲਮਾਨ। ਜੀ, ਇਹ ਚੌਧਰੀ ਅਬਦੁਲ ਵਾਹਿਦ ਦਾ ਖਾਨਦਾਨ, ਇਹ ਡੰਗੋਲੀ ਪਿੰਡ ਹੈ ਇਹਨਾਂ ਦਾ। ਜੀ। ਇਹ ਅਬਦੁਲ ਵਾਹਿਦ ਆਈ ਮੈਟ ਇਨ ਸਟਾਕਹੋਮ, ਹੀ ਵਾਸ ਅ ਸਟੂਡੈਂਟ ਲਾਈਕ ਮੀ। ਹੂੰ, ਉਹਨਾਂ ਦੀ ਫਿਰ ਪੂਰੀ ਸਟੋਰੀ ਕਿ ਉਹਨਾਂ ਦੀ ਵਾਲਦਾ ਕਿਸ ਤਰ੍ਹਾਂ ਡੈਥ ਹੋਈ, ਉਹਨਾਂ ਦੇ ਬਾਕੀ ਰਿਸ਼ਤੇਦਾਰ ਕਿਸ ਤਰ੍ਹਾਂ ਮਾਰੇ ਗਏ, ਉਹ ਕਿਸ ਤਰ੍ਹਾਂ ਬਚ ਕੇ ਬੱਚੇ ਆ ਗਏ, ਇਹ ਉਹ ਸਾਰਾ ਕੁਝ ਉਹਦੇ ਵਿੱਚ ਹੈ। ਜੀ, 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 ਬੜਾ ਜੀ। ਜ਼ੁਲਮ ਹੋਇਆ ਉਹਨਾਂ ਤੇ। ਹਾਂ, ਉਹਦੇ ਵਿੱਚ ਇੱਕ ਫਿਰ ਮੈਂ ਉੱਥੇ ਜਦੋਂ ਮੈਂ ਫਿਰ ਡੰਗੋਲੀ ਗਿਆ, ਡੰਗੋਲੀ ਦੇ ਵਿੱਚ ਮੈਂ ਦੇਖਿਆ ਕਿ ਜਿਹੜੇ ਸਿੱਖ ਆ ਕੇ ਵਸੇ ਸਨ, ਹੂੰ, ਉਹ ਹੂੰ। ਸਿਆਲਕੋਟ ਦੇ ਇਲਾਕੇ ਦੇ ਸਨ।
ਲੇਕਿਨ ਜੀ, ਉੱਥੇ 3-4 ਪੁਰਾਣੇ ਘਰ ਹਰੀਜਨ ਘਰ ਹਲੇ ਵੀ ਸਨ, ਜੀ। ਜਿਹੜੇ ਪੁਰਾਣੇ ਸਾਰਿਆਂ ਨੂੰ ਜਾਣਦੇ ਸਨ। ਹੂੰ, ਹੂੰ। ਉਹਨਾਂ ਨੇ ਪੂਰਾ ਕਨਫਰਮ ਕੀਤਾ ਜੀ ਇੰਝ ਹੋਇਆ ਇਹ ਉਹ ਹੁਣ ਉਸ ਪਿੰਡ ਦੇ ਉਹ ਸਰਪੰਚ ਸਨ। ਜੀ। ਬੜੀ ਮਜ਼ੇ ਦੀ ਗੱਲ ਹੈ ਉਹਨਾਂ ਨੇ ਚਾਹ ਬਣਾਈ ਤੇ ਉਹਨਾਂ ਨੇ ਕਿਹਾ ਤੁਸੀਂ ਪੀ ਲਓਗੇ? ਮੈਂ ਕਿਹਾ ਜੀ ਸਾਨੂੰ ਤੇ ਕਦੀ ਇਹਦਾ ਖਿਆਲ ਹੀ ਨਹੀਂ ਹੋਇਆ। ਜੀ, ਜੀ। ਲੇਕਿਨ ਹਲੇ ਤੀਕਰ ਹੀ ਉਹ ਸਰਪੰਚ ਲੇਕਿਨ ਉਹਨਾਂ ਦੇ ਦਿਲ 'ਚ ਇੱਕ ਡਰ ਸੀ ਹੂੰ, ਹੂੰ, ਹੂੰ। ਕਿ ਯਾਰ ਇਹ ਪੀਣਗੇ ਜਾਂ ਨਹੀਂ ਪੀਣਗੇ। ਤੁਸੀਂ ਦੇਖੋ ਇਹ ਕਾਸਟ ਸਿਸਟਮ ਨੇ ਕਿਸ ਤਰ੍ਹਾਂ ਲੋਕਾਂ ਨੂੰ ਟ੍ਰੈਜੇਡੀ ਹੈ। ਹੂੰ। ਕਿੰਨਾ ਕਿੰਨਾ ਕੀਤਾ ਹੈਗਾ। ਜੀ, ਜੀ, ਜੀ। ਪੋਲੀਟੀਕਲੀ ਹੀ ਸਰਪੰਚ ਜੀ, ਬਟ ਜੀ, ਜੀ। ਸੋਸ਼ਲੀ ਉਹਨੂੰ ਪਤਾ ਹੈ ਕਿ ਯਾਰ ਇਟ ਕੈਨ ਬੀ ਅ ਪ੍ਰੋਬਲਮ। ਲਿਹਾਜ਼ਾ ਹੀ ਆਸਕਡ ਅਸ। ਅਸੀਂ ਕਿਹਾ ਨਹੀਂ ਤੁਸੀਂ ਇੱਕ ਨਹੀਂ 2 ਦਫਾ ਪਿਆਓ ਸਾਨੂੰ। ਜੀ, ਜੀ। ਲਿਹਾਜ਼ਾ ਉਹ ਅਸੀਂ ਫਿਰ ਸਾਰਾ ਕਨਫਰਮ ਕੀਤਾ। ਜਦੋਂ ਅਸੀਂ ਡੰਗੋਲੀ ਤੋਂ ਜਾ ਰਹੇ ਸਾਂ ਤੇ ਉੱਥੇ ਹੁੰਦਾ ਸੀ ਇੱਕ ਚੌਕੀਦਾਰ ਛਿਤਰੂ। ਹੂੰ, ਹੂੰ। ਉਹਨੇ ਹੂੰ, ਕਿਹਾ ਹੂੰ। ਗੱਲ ਸੁਣੋ, ਇਹ ਨਾਲ ਦਾ ਪਿੰਡ ਏ ਫੂਲ ਖੁਰਦ, ਉੱਥੇ ਚਲੇ ਜਾਓ ਕਹੋ ਕਿ ਉਹ ਕਿਹੜੀ ਮੁਸਲਮਾਨ ਸਿੱਖ ਔਰਤ ਹੈ, ਅਸੀਂ ਗੱਲ ਕਰਨੀ ਹੈ। ਹੂੰ, ਹੂੰ। ਅਸੀਂ ਫੂਲ ਖੁਰਦ ਚਲੇ ਗਏ ਤੇ ਸ਼ਾਮ ਪੈ ਗਈ ਹੋਈ ਸੀ। ਹੂੰ, ਹੂੰ। ਉਹ ਜਿਹਨੂੰ ਪੁੱਛਿਆ ਉਹਨਾਂ ਨੇ ਸਭ ਲੈ ਗਏ, ਉਹ ਸਾਰੇ ਇੱਕੋ ਹੀ ਘਰ ਸੀ। ਜੀ। ਉੱਥੇ ਅ ਲੇਡੀ ਕੇਮ ਲੁਕਿੰਗ ਓਲਡਰ ਦੈਨ ਹਰ ਏਜ। ਹੂੰ, ਹੂੰ। ਉਹਨੇ ਕਿਹਾ ਜੀ ਮੈਂ ਵੀ ਉਨ ਗੁੱਜਰ ਮੁਸਲਮਾਨਾਂ ਚੋਂ ਸਾਂ ਜਿਨ੍ਹਾਂ ਤੇ ਹਮਲੇ ਹੋਇਆ ਹਜ਼ਾਰਾਂ ਤੇ। ਹੂੰ, ਹੂੰ। ਤੇ ਜਦੋਂ ਹਮਲਾ ਹੋਇਆ ਤੇ ਮੈਂ ਆਪਣੀ ਮਾਂ ਦਾ ਹੱਥ ਫੜਿਆ ਸੀ, ਅਸੀਂ ਅਲੱਗ-ਅਲੱਗ ਹੋ ਗਏ, ਮੈਂ ਅਕੇਲੀ ਸਾਂ ਤੇ ਇੱਕ ਸਿੱਖ ਔਰਤ ਨੇ ਮੈਨੂੰ ਬਚਾ ਲਿਆ ਔਰ ਇੱਕ ਸੁਪਰੀਟੈਂਡੈਂਟ ਹੁੰਦੇ ਸਨ ਸਰਦਾਰ, ਉਹਨਾਂ ਦੇ ਹੂੰ, ਘਰ ਲਿਆਏ ਕਿ ਇਹ ਇੱਕ ਬੱਚੀ ਹੈਗੀ ਹੈ, ਇਹਦਾ ਤੁਸੀਂ ਜੋ ਚਾਹੁਣਾ ਹੈ ਕਰ ਲਓ। ਹੂੰ। ਉਹ ਸਰਦਾਰ ਨੇ ਉਹਨੂੰ ਬੱਚੀ ਨੂੰ ਆਪਣੇ ਘਰ ਰੱਖ ਲਿਆ। ਹਾਲਾਂਕਿ ਹੂੰ, ਹੂੰ। ਜਦੋਂ ਹਮਲਾ ਹੋਇਆ ਸੀ ਤੇ ਸਰਦਾਰ ਹੋਰੀ ਉਹਦੇ 'ਚ ਹਿੱਸਾ ਲੈ ਰਹੇ ਸਨ। ਜੀ, ਜੀ। ਕਤਲ-ਓ-ਗਾਰਤ ਲੇਕਿਨ ਇੱਕ ਵਿੱਚ। ਬੱਚਾ ਜਦੋਂ ਤੁਹਾਡੇ ਘਰ ਆ ਜਾਏ ਤੇ ਸ਼ਾਇਦ ਰਹਿਮ ਆ ਗਿਆ ਹੋਣਾ ਉਹਨਾਂ ਦੇ ਘਰ। ਬਿਲਕੁਲ, ਬਿਲਕੁਲ। ਇੱਕ ਹੋਰ ਉਹਨਾਂ ਨੇ ਕਿਹਾ ਸਰਦਾਰ ਹੋਰਾਂ ਦੇ ਘਰ ਔਲਾਦ ਨਹੀਂ ਸੀ ਹੁੰਦੀ। ਜਦੋਂ ਇਹ ਹੂੰ। ਬੱਚੀ ਉਹਨਾਂ ਨੇ ਰੱਖ ਲਈ ਤੇ 2 ਪੁੱਤਰ ਪੈਦਾ ਹੋ ਗਏ। ਓਕੇ। ਉਸ ਕੁੜੀ ਦਾ ਨਾਂ ਉਹਨਾਂ ਨੇ ਰੱਖਤਾ ਨਸੀਬ ਕੌਰ, ਹੂੰ। ਕਿਉਂਕਿ ਉਹਨਾਂ ਨੇ ਹੀ ਵਾਸ ਅ ਸੁਪਰੀਟੈਂਡੈਂਟ ਸਮਵੇਅਰ ਇਨ ਪੀਡਬਲਿਊਡੀ। ਹੂੰ, ਹੂੰ। ਉਹਨਾਂ ਦੀ ਨਾਲ-ਨਾਲ ਬਿਜ਼ਨਸ ਕਰਦੇ, ਉਹਨਾਂ ਦੀ ਬਿਜ਼ਨਸ ਫਲਰਿਸ਼ ਕਰ ਗਈ ਓਕੇ। ਤੇ ਉਹਨਾਂ ਨੇ ਸੋਚਿਆ ਕਿ ਮੈਂ ਇੱਕ ਨੇਕੀ ਕੀਤੀ ਹੈ ਤੇ ਸ਼ਾਇਦ ਇਹ ਸਾਰਾ ਉਹਦਾ ਫਲ ਹੈ। ਹੂੰ, ਇਸੇ ਹੂੰ, ਵਾਸਤੇ ਹੂੰ। ਉਸ ਕੁੜੀ ਦਾ ਨਾਂ ਨਸੀਬ ਕੌਰ ਰੱਖਿਆ। ਜੀ, ਜੀ। Naseeb Kaur grew up and she was married into a Sikh family. She was ਹੂੰ, not only a Sikh, she ਹੂੰ। was an Amritdhari Sikh. ਜੀ, ਜੀ, ਜੀ। ਉਹ ਜਦੋਂ ਮੈਂ ਮਿਲਿਆ ਤੇ ਉਹ ਛੋਟਾ ਹਾਂਜੀ, ਨਾ ਅੰਮ੍ਰਿਤਧਾਰੀ ਜਿਹੜੇ ਸ੍ਰੀ ਸਾਹਿਬ ਪਾਈ ਹੁੰਦੀ ਹੈ ਗਾਤਰੇ ਉਹਨਾਂ ਕੋਲ ਨੇ ਪਾਇਆ ਹੋਇਆ ਸੀ ਉਹ ਛੋਟਾ ਨਾ ਜੀ, ਸ੍ਰੀ ਕਿਰਪਾਨ। ਸਾਹਿਬ। ਹਾਂਜੀ। ਹਾਂ, ਉਹ ਖੈਰ ਮੈਂ ਆਪਣੇ ਅੰਦਰ ਲੈ ਗਏ ਉਹਨਾਂ ਦੀ ਆਪਣਾ ਨੂੰਹਾਂ ਜਿਹੜੀਆਂ ਹੁੰਦੀਆਂ ਨੇ ਉਹ ਵੀ ਆ ਗਈਆਂ, ਬੇਟੀਆਂ ਵੀ, ਬੱਚੇ, ਗ੍ਰੈਂਡ ਚਿਲਡਰਨ, ਉਹ ਸਾਰੀ ਪਿਕਚਰ ਕਿਤਾਬ ਦੇ ਅੰਦਰ ਹੈ। ਬਿਲਕੁਲ, ਹਾਂਜੀ। ਅੱਛਾ, ਉਹਨਾਂ ਨੇ ਦੱਸਿਆ ਕਿ ਮੈਨੂੰ ਤੇ ਆਪਣਾ ਨਾਂ ਹੀ ਨਹੀਂ ਸੀ ਪਤਾ ਕਿਉਂਕਿ ਮੈਂ ਤੇ 4 ਸਾਲ ਦੀ ਸਾਂ, 5 ਸਾਲ ਦੀ ਸਾਂ। ਓਕੇ। ਉਹਨੂੰ ਅਸਲ ਵਿੱਚ ਬਚਪਨ ਵਿੱਚ ਬੱਚਿਆਂ ਨੂੰ ਆਪਣੇ ਨਾਂ ਤੋਂ ਤਾਂ ਕੋਈ ਨਹੀਂ ਬੁਲਾਉਂਦਾ, ਕੋਈ ਬਿੱਲੋ ਕਹਿੰਦਾ ਹੈ, ਕੋਈ ਕੋਈ ਕੁਛ ਕੁਛ ਕਹਿੰਦਾ ਕਹਿੰਦਾ ਹੈ। ਪਿਆਰ ਦੇ ਹਾਂ, ਨਾਲ, ਹਾਂਜੀ। ਖੈਰ ਕਹਿੰਦੇ 1991 ਵਿੱਚ ਇੱਕ ਕਿਸੇ ਨੇ ਦਰਵਾਜ਼ਾ ਖੜਕਾਇਆ ਤੇ ਜਦ ਮੈਂ ਖੋਲ੍ਹਿਆ ਹੂੰ, ਹੂੰ। ਤੇ ਅ ਮੁਸਲਿਮ ਵੂਮਨ ਇਨ ਅ ਵਾਈਟ ਬੁਰਕਾ ਹੂੰ, ਲੁਕਡ ਐਟ ਮੀ, ਦ ਹੂੰ, ਫੇਸ ਸੀਮਡ ਫੈਮਿਲੀਅਰ ਤੇ ਹੂੰ, ਉਸ ਔਰਤ ਨੇ ਕਿਹਾ ਮੈਂ ਤੇਰੀ ਬੀਬੀ ਹਾਂ, ਯਾਨੀ ਆਈ ਐਮ ਯੋਰ ਹੂੰ। ਮਦਰ। ਮਾਂ, ਹਾਂਜੀ। ਹੋਇਆ ਇਹ ਕਿ ਉਹਦੀ ਮਦਰ, ਉਹਦੀ ਜ਼ਿੰਦਗੀ ਬਚ ਗਈ। ਉਹ ਜਵਾਨ ਕੁੜੀ ਸੀ। ਹੂੰ, ਜਦੋਂ ਉਹ ਪਾਕਿਸਤਾਨ ਆਈ ਤੇ ਉਹਦੇ ਭਰਾਵਾਂ ਨੇ ਉਹਦੀ ਵਿਆਹ ਕਰ ਛੱਡਿਆ, ਉਹਦੀ ਹੁਣ ਆਪਣੀ ਔਲਾਦ ਸੀ। ਹੂੰ, ਹੂੰ। ਲੇਕਿਨ ਉਹ ਜਿੱਥੇ ਰਹਿੰਦੀ ਸੀ, ਉਹ ਹਰ ਸਾਲ ਜਾ ਕੇ ਜਦੋਂ ਸਿੱਖ ਆਉਂਦੇ ਸਨ ਨਾ ਉੱਥੇ ਨਨਕਾਣਾ ਨਨਕਾਣਾ ਸਾਹਿਬ। ਸਾਹਿਬ, ਉਹ ਜੀ। ਜਾ ਕੇ ਪੁੱਛਦੀ ਸੀ ਕੋਈ ਇਸ ਪਿੰਡ ਦਾ ਤੇ ਨਹੀਂ, ਇਸ ਪਿੰਡ ਦਾ ਤੇ ਨਹੀਂ। ਹੂੰ, 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 ਹੂੰ। ਇੱਕ ਦਿਨ ਉਹੀ ਔਰਤ ਜਿਹਨੇ ਹੂੰ। ਉਹਦੀ ਬੱਚੀ ਨੂੰ ਬਚਾਇਆ ਸੀ, ਉਹ ਵੀ ਉਹਦੇ 'ਚ ਆਈ ਹੋਈ ਸੀ। ਓਕੇ। ਉਹਦੇ ਨਾਲ ਜਦੋਂ ਉਹਦੀ ਮੁਲਾਕਾਤ ਹੋਈ ਤੇ ਉਹਨੇ ਹੂੰ, ਕਿਹਾ, "ਯੈਸ, ਯੋਰ ਡਾਟਰ ਇਜ਼ ਅਲਾਈਵ, ਇਹ ਪਿੰਡ 'ਚ ਹੈ।" ਹੂੰ, ਹੂੰ, ਉਹ ਫਿਰ ਔਰਤ ਜਾ ਕੇ ਉਹਨੇ ਵੇਲ-ਵਾਲਾ ਕੀਤਾ ਹੋਣਾ ਹੈ ਹਾਈ ਕਮਿਸ਼ਨਰ ਇੰਡੀਆ ਦੇ ਕੋਲ। ਕੋਈ ਹੂੰ। ਉੱਥੇ ਸ਼ਰੀਫ ਆਦਮੀ ਹੋਣਾ ਹੈ, ਉਹਨੂੰ ਤਰਸ ਆ ਗਿਆ ਹੋਣਾ ਹੈ। ਉਹਨੇ ਵੀਜ਼ਾ ਵੀਜ਼ਾ ਦੇ ਦੇ ਦਿੱਤਾ। ਹੂੰ, ਸ਼ੀ ਕੇਮ ਨਾਓ ਐਂਡ ਮੈਟ ਹਰ ਡਾਟਰ। ਓਕੇ। ਉਹ ਕਹਿੰਦੀ ਕਿ ਉਹਦੇ ਬਾਅਦ ਮੈਨੂੰ ਉੱਥੋਂ ਮੇਰੇ ਮਦਰ ਦੀ ਸੈਕੰਡ ਜਿਹੜੀ ਮੈਰਿਜ ਹੋਈ, ਉਹਦੇ 'ਚੋਂ ਬੱਚੇ ਸਨ। ਮੇਰੇ ਮਾਮੇ ਹਲੇ ਜ਼ਿੰਦਾ ਸਨ, ਉਹ ਸਾਨੂੰ ਪ੍ਰੈਜ਼ੈਂਟ ਜੀ, ਭੇਜਦੇ ਸਨ। ਉਹ ਪੱਕੇ ਜੀ। ਮੁਸਲਮਾਨ ਸਨ। ਅਸੀਂ ਕਟਰ ਆਪਣਾ ਸਿੱਖ ਹੈਗੇ ਹਾਂ। ਪੱਕੇ ਸਿੱਖ, ਹਾਂਜੀ। ਹਾਂ, ਲਿਹਾਜ਼ਾ ਇਹ ਵੀ ਇੱਕ ਹੋਰ ਸਟੋਰੀ ਉਹਦੇ 'ਚ, ਇਫ ਯੂ ਵਾਂਟ ਟੂ ਜੀ, ਲੁੱਕ ਜੀ। ਐਟ ਦ ਹਿਊਮਨ ਐਂਗਲ। ਬਿਲਕੁਲ, ਈਸਟ ਬਿਲਕੁਲ। ਪੰਜਾਬ ਵਿੱਚ ਇਸ ਤਰ੍ਹਾਂ ਦੀ ਸਟੋਰੀ ਹੈ। ਮੇਹਲ
This is the whole story ਬਿਲਕੁਲ, of the ਹਾਂਜੀ, ਇੱਕ partition ਆਪਾਂ of Punjab. ਹਾਂ, ਬਿਲਕੁਲ, ਇੱਕ ਆਪਾਂ ਚੀਜ਼ ਵਿੱਚੋਂ ਮਿਸ ਕਰ ਗਏ ਕਿ 11 ਤਰੀਕ ਜਿਹੜੀ ਸੀ ਨਾ, 11 ਅਗਸਤ, ਉਸ ਜੀ, ਦਿਨ ਦੀ ਇੱਕ ਜਿਹੜੀ ਸਪੀਚ ਸੀ ਮਿਸਟਰ ਜਿਨਾਹ ਦੀ, ਜਿਹੜੀ ਕਿ ਅਕਸਰ ਲੈਫਟ ਤਬਕੇ ਦੇ ਵੱਲੋਂ ਬਹੁਤ ਜ਼ਿਆਦਾ ਉਭਾਰੀ ਜਾਂਦੀ ਹੈ ਹਰ ਪਾਸੇ, ਈਵਨ ਕਿ ਪਾਕਿਸਤਾਨ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ। ਉਹ ਅਕਸਰ ਉਸ ਸਪੀਚ ਦਾ ਹਵਾਲਾ ਦੇ ਕੇ ਕਹਿੰਦੇ ਨੇਗੇ ਕਿ ਜਿਨਾਹ ਸਾਹਿਬ ਨੇ ਤਾਂ ਇਹ ਆਖਿਆ ਸੀਗਾ ਕਿ ਕਿ ਇਹ ਜਿਹੜਾ ਹੁਣ ਪਾਕਿਸਤਾਨ ਬਣ ਗਿਆ, ਤੁਸੀਂ ਆਪਣੇ ਗੁਰਦੁਆਰੇ, ਮੰਦਿਰ, ਮਸਜਿਦਾਂ 'ਚ ਜਾਣ ਲਈ ਆਜ਼ਾਦ ਹੋ, ਤੇ ਜਿਹੜੀ ਸਟੇਟ ਆ ਉਹਦਾ ਕੋਈ ਕੰਮ ਨਹੀਂ ਹੈਗਾ ਕਿ ਤੁਹਾਡੇ ਧਰਮਾਂ ਦੇ ਅੰਦਰ ਦਖਲ ਦੇਣਾ। ਤੇ ਇਹ ਚੀਜ਼ ਨੂੰ ਕੋਰਟ ਅੱਗੇ ਜਾ ਕੇ ਜਸਵੰਤ ਸਿੰਘ, ਜੋ ਕਿ ਬੀਜੇਪੀ ਦੇ ਐਡੇ ਵੱਡੇ ਲੀਡਰ ਨੇ, ਉਹਨਾਂ ਨੇ ਵੀ ਕਿਹਾ ਕਿ ਜਿਨਾਹ ਸਾਹਿਬ ਸੈਕੂਲਰ ਨੇ। ਤੇ ਉਸ ਤੋਂ ਬਾਅਦ ਅਡਵਾਨੀ ਸਾਹਿਬ ਨੇ ਵੀ ਇੱਕ ਵਾਰ ਆ ਕੇ ਕਹਿ ਦਿੱਤਾ ਸੀ ਕਿ ਜਿਨਾਹ ਸਾਹਿਬ ਤੇ ਇਹੀ ਉਹ ਜਿਹੜੀ 11 ਅਗਸਤ ਦੀ ਜਿਹੜੀ ਸਪੀਚ ਆ ਉਹਨੂੰ ਕੋਟ ਕਰਕੇ। ਮੈਂ ਤੁਹਾਨੂੰ ਇਹ ਕੁਐਸਚਨ ਤਾਂ ਪੁੱਛਿਆ ਕਿ ਤੁਸੀਂ ਜਿਨਾਹ ਸਾਹਿਬ ਦੀ ਵੀ ਇੱਕ ਕਿਤਾਬ ਲਿਖੀ ਹੋਈ ਹੈ, ਯਾਨੀ ਕਿ ਜਿਹੜੀ 11 ਅਗਸਤ ਦੀ ਸਪੀਚ ਆ, ਉਹਦੇ ਬਾਰੇ ਤੁਹਾਡਾ ਕੀ ਖਿਆਲ ਆ ਕਿ ਉਹਨਾਂ ਨੇ ਕਿਉਂ ਕਿਹਾ ਹੈ? ਦੇਖੋ ਜੀ, ਵੈਰੀ ਇੰਟਰਸਟਿੰਗ। ਇਹ ਜੀ, ਸਪੀਚ ਇੱਕ ਤੇ ਲੈਫਟ ਕੋਟ ਕਰਦਾ ਸਾਡੇ ਵਾਲਾ ਜੀ, ਪਾਕਿਸਤਾਨ, ਜੀ, ਕੁਛ ਇੰਡੀਆ ਦਾ ਵੀ ਲੈਫਟ ਕਰਦਾ ਹੋਣਾ, ਮੈਨੂੰ ਨਹੀਂ ਪਤਾ, ਬਿਲਕੁਲ, ਲੇਕਿਨ ਜੀ, ਇੰਡੀਆ ਦਾ ਰਾਈਟ ਵਿੰਗ ਵੀ ਉਹਨੂੰ ਕੋਟ ਕਰਦਾ ਹੈ। ਦਿਸ ਇਜ਼ ਵੈਰੀ ਹਾਂਜੀ, ਇੰਟਰਸਟਿੰਗ। ਹਾਂਜੀ। ਹਾਊ ਉਹ ਡੂ ਰਾਈਟ ਵਿੰਗ ਦੇ ਵਿੱਚੋਂ ਸਿਰਫ ਕੁਝ 2 ਬੰਦੇ ਨੇ, ਪਰ ਹਾਂ, ਸਾਰਾ ਰਾਈਟ ਵਿੰਗ ਨਹੀਂ। ਨਹੀਂ ਜੀ, ਨਹੀਂ, ਆਈ ਐਗਰੀ, ਜੀ, 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 ਲੇਕਿਨ ਕੋਟ ਤੇ ਕਰਦਾ ਹੈ ਨਾ ਕੋਟ ਕਰਦਾ ਹੈ, ਬਿਲकुल, ਜਸਵੰਤ ਸਿੰਘ ਐਂਡ ਅਡਵਾਨੀ, ਖਾਸ ਤੌਰ ਤੇ ਅਡਵਾਨੀ ਤੇ ਵੈਰੀ ਬਿਗ ਬਿਗ ਮਚ ਲੀਡਰ। ਰਾਈਟ, हुँ, हुँ, और Jaswant Singh. So what is जी, common among them? Common among them is to blame Congress for the partition. ओके, Simple as that. ओके, जी, जी, ਹੁਣ ਆ ਜਾਂਦੇ ਆ ਜਿਨ੍ਹਾਂ ਦੇ ਉੱਤੇ। जी, ਗੱਲ ਇਹ, ਤੁਸੀਂ ਦੱਸੋ ਅਮਰਿੰਦਰ ਸਿੰਘ ਜਾਂ ਬਾਕੀ ਲੋਕਾਂ ਨੂੰ ਜਿਹੜੇ ਸੁਣਨ, जी, ਸਵੇਰ ਤੋਂ ਸ਼ਾਮ ਜੇ ਮੈਂ ਤੁਹਾਨੂੰ ਮਿਲਾਂ, ਮੈਂ ਤੁਹਾਡਾ ਲੀਡਰ ਬਣ ਜਾਣਾ ਯਾਰ, ਹੈ, हुँ, 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 ਔਰ जी, ਕਹਾਂ ਕਿ ਹਿੰਦੂ ਔਰ ਮੁਸਲਮਾਨ ਦੋ ਕੌਮਾਂ ਨੇ, ਕਦੀ ਮਿਲ ਕੇ ਨਹੀਂ ਰਹਿ ਸਕਦੇ, ਇਹਨਾਂ ਦੀ जी, ਕੋਈ ਵੀ ਗੱਲ ਨਹੀਂ ਕਾਮਨ ਨਹੀਂ ਹੁੰਦੀ, जी, ਲਿਹਾਜ਼ਾ ਤੁਸੀਂ ਮੇਰੇ ਨਾਲ ਆਵੋ हुँ, ਤੇ हुँ, ਪਾਕਿਸਤਾਨ ਬਣਾਉਂਦੇ ਆ। ਓਕੇ, जी, जी, ਮੈਂ ਉਹ ਪਾਕਿਸਤਾਨ ਬਣਾਉਣ ਲਈ ਆਪਣੀ ਘਰ ਵੀ ਛੱਡ ਦੇਣਾ, ਸਾਰਾ ਕੁਝ ਛੱਡ ਦੇਣਾ, ਕਿ ਪਾਕਿਸਤਾਨ ਹੁਣ ਮੁਸਲਮਾਨਾਂ ਦਾ ਮੁਲਕ ਬਣੇਗਾ। हुँ, ਫਿਰ ਪਾਕਿਸਤਾਨ ਜਾਂਦਾ ਹੈ ਬਣ, जी, ਅਗਲੇ ਦਿਨ ਮੈਂ ਕਹਿ ਦੇਣਾ ਕਿ ਯਾਰ ਇਹਦੇ 'ਚ ਤੇ ਹਿੰਦੂ, ਮੁਸਲਮਾਨ, ਸਿੱਖ ਸਾਰੇ ਇਕੱਠੇ ਰਹਿਣਗੇ। ਪਹਿਲੇ हुँ, ਮੈਂ ਕਹਿੰਦਾ ਰਿਹਾ ਕਿ ਯਾਰ ਹਿੰਦੂ ਔਰ ਮੁਸਲਮਾਨ ਤੇ ਦੋ ਐਸੀ ਕੌਮਾਂ ਨੇ, ਜੇ ਇਕੱਠੇ ਰੱਖੋਗੇ ਤੇ ਰੋਜ਼ ਸੁਬਹ ਸ਼ਾਮ ਝਗੜਾ ਹੋਏਗਾ। जी, जी, So you can't promote an idea and then when you want you can withdraw the idea. हुँ, हुँ, ਇੱਕ ਆਈਡੀਆ ਜਦੋਂ ਪਬਲਿਕ ਕੌਨਸ਼ੀਅਸਨੈਸ ਦਾ ਹਿੱਸਾ ਬਣ ਜਾਂਦਾ ਹੈ, ਉਹ ਫਿਰ ਤੁਹਾਡੇ ਵਾਸ 'ਚ ਨਹੀਂ ਹੁੰਦਾ। ਇੱਕ ਤੇ हुँ, ਇਹ ਐਕਸਪਲੇਨੇਸ਼ਨ ਹੈ। जी, ਮੇਰੇ ਖਿਆਲ ਨਾਲ ਜਿਨਾਹ ਸਾਹਿਬ ਵਾਸ not an Islamist in the sense of an Islamist ਜਿਹੜੇ ਮੌਲਵੀ ਹੁੰਦੇ ਨੇ, जी, and he was not secular in the sense of a Marxist or Jawaharlal Nehru or even Gandhi. जी, He was a communal politician who हुँ, used religion without being religious. Simple as that, यार। हुँ, 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 ਹੁਣ ਕੀ ਹੈ ਕਿ 11th ਅਗਸਤ ਨੂੰ ਜਿਨਾਹ ਸਾਹਿਬ जी, ਦੀ ਇਹ ਤਕਰੀਰ ਦੀ ਬੈਕਗ੍ਰਾਉਂਡ ਕੀ ਹੈ? जी, ਦੇਖੋ ਜੀ, ਉਸ ਤੋਂ ਪਹਿਲੇ ਜਦੋਂ ਇਹ ਗੱਲਾਂ ਹੋ ਰਹੀਆਂ ਸਨ, ਤੇ जी, ਜਿਨਾਹ ਸਾਹਿਬ ਜਦੋਂ ਮੁਸਲਿਮ ਹਿੰਦੂ ਮੈਜੋਰਿਟੀ ਪ੍ਰੋਵਿੰਸਿਸ 'ਚ ਜਾਂਦੇ ਸਨ, ਤੇ ਉਦੋਂ ਦੇ ਮੁਸਲਮਾਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਸਰ, ਪਾਕਿਸਤਾਨ ਤੁਸੀਂ ਜਿੱਥੇ ਬਣਾ ਰਹੇ ਹੋ, ਉੱਥੇ ਤੇ ਪਹਿਲੀ ਮੁਸਲਮਾਨਾਂ ਦੀ ਮੈਜੋਰਿਟੀ ਹੈ, ਤੇ ਸਾਡਾ ਕੀ हुँ, ਬਣੇਗਾ? हुँ, हुँ, ਤੇ ਉਦੋਂ ਜਿਨਾਹ ਸਾਹਿਬ ਦੀ ਇੱਕ ਮੈਂ 30th ਮਾਰਚ 1941 ਦੀ ਸਪੀਚ ਹੈ ਕਾਨਪੁਰ ਵਿੱਚ, जी, ਕਿ ਜਿਹੜੇ 2 ਕਰੋੜ ਮੁਸਲਮਾਨਾਂ ਨੂੰ ਮੈਂ ਸ਼ਹਾਦਤ ਕਰਵਾ ਦਿਆਂਗਾ, जी, जी, हाँ, ये बड़ी इम्पोर्टेंट है जी, ਹਾਂ, बिल्कुल। ਤਾਂ ਕਿ 7 ਕਰੋੜ ਜਿਹੜੇ ਨੇ ਉਹ ਆਜ਼ਾਦ ਹੋ ਜਾਣ। ਇਹ ਕੀ ਆਰਗੂਮੈਂਟ ਹੈ ਯਾਰ? ਨਹੀਂ, ਤੁਸੀਂ ਨਾਲੇ ਤੁਸੀਂ ਫਿਗਰ, ਇਸ ਗੱਲ ਨੂੰ ਕਿਵੇਂ ਨਹੀਂ ਲੈਂਦੇ ਹੋ? ਗੱਲ ਜਿਵੇਂ ਸੁਣੋ, ਨਹੀਂ ਇਹ ਫਿਗਰ ਵੀ ਗਲਤ ਹੈ। ਐਕਚੁਅਲੀ ਇਟ ਮੈਂਟ 3 ਕਰੋੜ ਐਂਡ 6 ਕਰੋੜ, ਲੇਕਿਨ ਚਲੋ ਓਕੇ, ਉਹ ਕਿਸੇ ਇੱਕ ਇਨਸਾਨ ਦੀ ਵੀ ਜਾਨ ਸ਼ਹੀਦ ਕਰਾ ਦੇਣਾ ਕੋਈ ਅਕਲ ਦੀ ਗੱਲ ਹੈ? ਬਿਲਕੁਲ, ਇਹ ਤਾਂ ਕਰੋੜਾਂ ਦੇ ਹੋ ਬਟ ਗਈ। ਵਾਟ ਵਾਸ ਹੀ ਟ੍ਰਾਈਂਗ ਟੂ ਸੇ ਕਿ ਤੁਸੀਂ ਇੱਥੇ ਹੀ ਰਹਿਣਾ ਹੈ, ਅਸੀਂ ਉੱਥੇ ਪਾਕਿਸਤਾਨ ਬਣਾਉਣਾ ਹੈ, ਤੇ ਸਾਨੂੰ ਰੋਕੋ ਨਹੀਂ। हुँ, ਸਮਝ ਗਏ जी, ਤੁਸੀਂ? जी, जी, जी,
ਹੁਣ ਜਦੋਂ ਪਾਕਿਸਤਾਨ ਗਿਆ ਬੰਦ, ਹੂੰ, ਤੇ ਖਬਰਾਂ ਆਉਣੀ ਸ਼ੁਰੂ ਹੋ ਗਈਆਂ ਕਿ ਈਸਟ ਪੰਜਾਬ ਵਿੱਚ ਤੇ ਬੁਰੇ ਹਮਲੇ ਹੋ ਰਹੇ ਨੇ। ਹੂੰ, ਹੂੰ, ਤੇ ਕਿਸੇ ਨੇ ਕਿਹਾ ਹੋਣਾ ਕਿ ਜਿੰਨਾ ਸਾਹਿਬ ਕੋਈ ਅਕਲ ਕਰੋ, ਹੂੰ, ਇਹ ਜੇ ਈਸਟ ਪੰਜਾਬ ਦਾ 6 ਮਿਲੀਅਨ ਆ ਗਿਆ ਤੇ ਹਲੇ ਤੇ ਸ਼ੁਰੂ ਹੀ ਹੋਇਆ ਸੀ ਨਾ। ਹੂੰ, ਇਹ ਹੀ ਜੇ ਸਾਰੇ ਇੰਡੀਆ 'ਚ ਹੋਇਆ ਹੂੰ, ਤੇ 35 ਮਿਲੀਅਨ ਯਾਨੀ ਸਾਢੇ 35 ਮਿਲੀਅਨ ਕਿੰਨਾ ਹੋਇਆ 3.5 ਕਰੋੜ ਆ ਹਾਂਜੀ, ਜਾਏਗਾ ਉੱਥੋਂ ਮੁਸਲਮਾਨ। ਤੇ ਉਦੋਂ ਰਹਿਣਗੇ ਤੁਹਾਨੂੰ ਕਿੱਥੇ? ਪਤਾ ਹੈ, ਉਦੋਂ ਵੈਸਟ ਪੰਜਾਬ ਦੀ ਪਾਪੂਲੇਸ਼ਨ ਕਿੰਨੀ ਸੀ? ਡੂ ਯੂ ਨੋ? ਨੋ, 33 ਮਿਲੀਅਨ। ਓਹ ਓਕੇ, ਡਬਲ ਹੋ ਜਾਣੀ ਸੀ ਤਾਂ ਉਹ। ਡਬਲ ਹੋ ਜਾਣੀ ਸੀ। ਚਲੋ ਉਹਦੇ ਚੋਂ ਤੁਸੀਂ ਕਹਿ ਸਕਦੇ ਹੋ 5 ਮਿਲੀਅਨ ਜਿਹੜੇ ਬਿਹਾਰ ਵਿੱਚ ਸਨ ਤੇ ਉਧਰ ਈਸਟ 'ਚ ਸਨ, ਉਹ ਸ਼ਾਇਦ ਚਲੇ ਵੀ ਜਾਂਦੇ ਈਸਟ ਪਾਕਿਸਤਾਨ। ਜੀ, ਜੀ, ਬਟ ਸਾਰਿਆਂ ਨੇ ਤੇ ਇੱਧਰ ਹੀ ਆਉਣਾ ਸੀ ਨਾ। ਬਿਲਕੁਲ। ਪਾਕਿਸਤਾਨ ਤੇ ਉਸੇ ਦਿਨ ਕੋਲੈਪਸ ਕਰ ਜਾਂਦਾ। ਹੂੰ, So Jinnah Sahib was a politician of a very high merit. He ਹੂੰ, immediately realized ਕਿ ਯ ਇੰਡੀਅਨ ਗਵਰਨਮੈਂਟ ਨੂੰ ਤੁਸੀਂ ਇਹੀ ਕਹੋ ਕਿ ਤੁਸੀਂ ਉਧਰ ਮੁਸਲਮਾਨਾਂ ਦਾ ਖਿਆਲ ਰੱਖੋ, ਅਸੀਂ ਇੱਧਰ ਹਿੰਦੂ ਸਿੱਖਾਂ ਦਾ ਰੱਖਾਂਗੇ। ਜੀ, ਮਗਰ ਇੰਟਰਸਟਿੰਗ ਗੱਲ ਹੈ ਕਿ ਜੇ ਵਾਕਈ ਅਸੀਂ ਹਿੰਦੂ ਮੁਸਲਮਾਨਾਂ ਦਾ ਖਿਆਲ ਰੱਖਦੇ ਨਾ ਆਪਣੇ ਪਾਸੇ, ਵੈਸਟ ਪਾਕਿਸਤਾਨ, ਸਿੰਧ ਹੂੰ, ਵੀ ਇਨਕਲੂਡਡ ਫਰੰਟੀਅਰ, ਹੂੰ, ਤੇ 21% ਹਿੰਦੂ ਸਿੱਖ ਪਾਪੂਲੇਸ਼ਨ ਹੋਣੀ ਸੀ ਵੈਸਟ ਪਾਕਿਸਤਾਨ ਦੀ। ਬਿਲਕੁਲ, ਹਾਂਜੀ, ਲੇਕਿਨ ਉਹਨਾਂ ਤੇ ਹਮਲੇ ਹੁੰਦੇ ਰਹੇ ਔਰ ਜਿਨ੍ਹਾਂ ਸਾਹਿਬ ਬਿਆਨ ਦਿੰਦੇ ਰਹੇ ਕਿ ਮਾਈਨੋਰਿਟੀਜ਼ ਨੂੰ ਤੁਸੀਂ ਪ੍ਰੋਟੈਕਟ ਕਰੋ, ਕਿਸੇ ਨੇ ਸੁਣਿਆ ਨਹੀਂ। ਹੂੰ, ਲੇਕਿਨ ਜਿਨ੍ਹਾਂ ਸਾਹਿਬ ਦੀ ਹਕੂਮਤ ਤੇ ਨਾਕਾਮ ਹੋ ਗਈ ਨਾ, ਦੇ ਬਿਲਕੁਲ, ਆਲ ਵਰ ਦੇ ਆਲ ਹੈਡ ਟੂ ਰਨ ਅਵੇ। ਜੀ, ਲੇਕਿਨ ਜੀ, ਉਧਰ ਸਿੱਖ ਲੀਡਰਸ਼ਿਪ ਨੇ ਤੇ ਮੁਸਲਮਾਨ ਕੱਢ ਛੱਡੇ ਔਰ ਸਿੱਖਾਂ ਨੂੰ ਉੱਤੇ ਵਸਾ ਵੀ ਲਿਆ। ਹੂੰ, ਬਾਕੀ ਹਿੰਦੁਸਤਾਨ ਵਿੱਚ ਜਿੱਥੇ ਕਾਂਗਰਸ ਔਰ ਨਹਿਰੂ ਦੀ ਹਕੂਮਤ ਸੀ, ਉੱਥੇ ਤੇ ਜੀ, ਉਹਨਾਂ ਨੇ ਆਰਐਸਐਸ ਦੇ ਉੱਤੇ ਹਿੰਦੂ ਮਹਾਸਭਾ ਨੂੰ ਬੈਨ ਕਰ ਛੱਡਿਆ, ਆਰਐਸਐਸ ਦੀ ਵੀ ਐਕਟੀਵਿਟੀਜ਼ ਤੋਂ ਰੋਕ ਲਿਆ। ਲਿਹਾਜ਼ਾ ਹੂੰ, ਉੱਥੇ ਜਿਹੜੇ ਮੁਸਲਮਾਨ ਰਹਿਣਾ ਚਾਹੁੰਦੇ ਸਨ, ਖੁਦ ਜਿਹੜੇ ਜਾਣਾ ਚਾਹੁੰਦੇ ਸਨ, ਇੱਕ ਹੋਰ ਗੱਲ ਹੈ, ਹੂੰ, ਜਿਹੜੇ ਰਹਿਣਾ ਚਾਹੁੰਦੇ ਸਨ ਉੱਥੇ ਹੀ ਰਵੇ। ਸੋ ਇਹ ਫਰਕ ਹੈਗਾ। ਹੂੰ, ਇਹ ਫ਼ਰਕ ਹੈਗਾ ਨਾ। ਲਿਹਾਜ਼ਾ ਤੁਹਾਨੂੰ ਲੱਗਦਾ ਹੈ in my opinion, this speech had double meaning. One, the ਹੂੰ, one which the so-called left uses for its convenience. ਲੇਕਿਨ ਜੀ, ਉਹਨਾਂ ਤੇ ਮੈਂ ਆਨਾ। ਹੂੰ, ਲੇਕਿਨ ਇਟ ਹੈਡ ਅ ਵੈਰੀ ਪ੍ਰੈਕਟੀਕਲ ਕਿ ਇੰਡੀਆ ਨੂੰ ਇੰਡੀਅਨ ਗਵਰਨਮੈਂਟ ਨੂੰ ਕਨਵਿੰਸ ਕੀਤਾ ਜਾਏ ਕਿ ਉੱਥੋਂ ਦੇ ਮੁਸਲਮਾਨਾਂ ਨੂੰ ਸਾਡੇ ਵੱਲ ਨਾ ਧਕੇਲ ਦੇਣ, ਔਰ ਉਹਨਾਂ ਨੇ ਨਹੀਂ ਧਕੇਲਿਆ। ਓਕੇ, ਦੂਸਰੀ ਗੱਲ ਹੈ ਕਿ ਇਫ ਯੂ ਵਰ ਰੀਅਲੀ ਸੈਕੂਲਰ ਤੇ ਹੂੰ, ਵਾਈ ਓਨਲੀ ਵਨ ਸਪੀਚ? ਯੈਸ, ਉਹਦੇ ਬਾਅਦ ਮੈਂ ਬੇਤਹਾਸ਼ਾ ਜਿਨ੍ਹਾਂ ਵਾਲੀ ਕਿਤਾਬ ਵਿੱਚ ਉਹਨਾਂ ਦੇ ਇਸਲਾਮਿਕ ਰੈਫਰੈਂਸ ਦਿੱਤੇ ਨੇ। ਜੀ, ਉਹਨਾਂ ਹਾਂਜੀ, ਨੇ ਉਹਨਾਂ ਨੇ ਸਪੀਚ ਇੱਕ ਦਿੱਤੀ ਉੱਥੇ ਜਾ ਕੇ ਕਰਾਚੀ ਦੇ ਲਾਅ ਹਾਂ, ਆਪਣਾ ਉਹਦੇ ਵਿੱਚ ਕਰਾਚੀ ਬਾਰ ਐਸੋਸੀਏਸ਼ਨ ਵਿੱਚ ਬਾਰ ਐਸੋਸੀਏਸ਼ਨ 'ਚ, ਹਾਂਜੀ, ਉਹਨਾਂ ਨੇ ਕਿਹਾ, ਯਾਰ ਇਹ ਅਜੀਬ ਗੱਲ ਹੈ, ਮੈਨੂੰ ਪੁੱਛਦੇ ਨੇ ਕਿ ਇਸ ਪਾਕਿਸਤਾਨ ਦੀ ਕਨਸਟੀਟਿਊਸ਼ਨ ਕੀ ਹੋਏਗੀ? ਹੂੰ, ਪਾਕਿਸਤਾਨ ਦੀ ਕਨਸਟੀਟਿਊਸ਼ਨ ਤੇ 1300 ਸਾਲ ਪਹਿਲੇ ਦੇ ਦਿੱਤੀ ਸੀ, ਯਾਨੀ ਕਿ ਦੇਖੋ, ਜਦੋਂ ਹੂੰ, ਇਸਲਾਮ ਆਇਆ। ਵਾਟ ਡਜ਼ ਇਟ ਹੂੰ, ਮੀਨ? ਕਿ ਇਸਲਾਮ ਇਜ਼ ਆਵਰ ਕਨਸਟੀਟਿਊਸ਼ਨ। ਹਾਂ, ਹੂੰ, ਉਹਨਾਂ ਨੇ ਨਾਲ-ਨਾਲ ਕਿਹਾ ਕਿ ਇਸਲਾਮ ਤੇ ਡੈਮੋਕ੍ਰੈਟਿਕ ਹੈ, ਇਸਲਾਮ ਇਜ਼ ਇਨ ਆਵਰ ਬਲੱਡ। ਹੂੰ, ਉਹਨੂੰ ਕਹਿੰਦੇ ਨੇ ਰੈਟਰਿਕ। ਹੂੰ, ਯੂ ਯੂਜ਼ ਵਰਡਸ, ਦੈਨ ਦੈਟਸ ਆਲ। ਜੀ, ਜੀ, ਲਿਹਾਜ਼ਾ ਮੇਰੇ ਖਿਆਲ ਨਾਲ ਉਹ ਸਪੀਚ ਜਿਹੜੀ ਹੈ ਉਹ ਉਸ ਮੋਮੈਂਟ ਲਈ ਹੈਗੀ ਹੈ। ਹੂੰ, ਉਸ ਦੇ ਬਾਅਦ ਜੇ ਤੇ ਜਿਨ੍ਹਾਂ ਸਾਹਿਬ ਬਾਰ-ਬਾਰ ਉਹੀ ਗੱਲ ਦੁਬਾਰਾ ਕਰਦੇ ਤੇ ਫਿਰ ਮੈਂ ਮੰਨ ਜਾਂਦਾ। ਬਿਲਕੁਲ, ਬਿਲਕੁਲ, ਉਹਦੇ ਬਾਅਦ ਉਹ ਦੁਬਾਰਾ ਇਸਲਾਮ ਦਾ ਬਾਰ-ਬਾਰ ਜ਼ਿਕਰ ਕਰਦੇ ਰਹੇ ਨੇ, ਨਾਲ-ਨਾਲ ਕਹਿੰਦੇ ਰਹੇ ਨੇ ਮਾਈਨੋਰਿਟੀਜ਼ ਨੂੰ ਪ੍ਰੋਟੈਕਟ ਕਰੋ। ਹੂੰ, ਵਿਚ ਇਜ਼ ਫਾਈਨ ਬਿਕੋਜ਼ ਤੁਸੀਂ ਕਹਿ ਸਕਦੇ ਹੋ ਇਸਲਾਮ ਵਿੱਚ ਇੱਕ ਤਰੀਕਾ ਹੈ ਮਾਈਨੋਰਿਟੀਜ਼ ਨੂੰ ਪ੍ਰੋਟੈਕਟ ਕਰਨ ਦਾ, ਬਟ ਦੈਟ ਡਜ਼ਨਟ ਮੇਕ ਯੂ ਸੈਕੂਲਰ। ਜੀ, 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 I think Jinnah was in favor of some sort of Muslim democracy which was both Islamic and democratic. ਹੂੰ, ਹੂੰ, ਮੇਰੇ ਖਿਆਲ ਨਾਲ ਹੀ ਡਿਡਨਟ ਨੋ ਕਿ ਇਸ ਤਰ੍ਹਾਂ ਹੋ ਨਹੀਂ ਸਕਦਾ, ਜਾਂ ਜੇ ਜੀ, ਜੀ, ਹੋਏਗਾ ਤੇ ਇਜ਼ਰਾਈਲ ਵਾਲੀ ਗੱਲ ਬਣ ਜਾਏਗੀ। ਹੂੰ, ਯਹੂਦੀ ਹੈ ਤੇ ਉਹਦੀ ਆਪਣੀ ਹੂੰ, ਸਟੇਟ ਹੈ ਨਾ। ਹੂੰ, ਹੂੰ, ਅਰਬ ਹੋਏ, ਕ੍ਰਿਸਚਨ ਹੋਏ, ਇਜ਼ਰਾਈਲ 'ਚ ਠੀਕ ਹੈ, ਕੁਛ ਲੋਕਾਂ ਨੂੰ ਰਾਈਟਸ ਹਨ, ਕੁਛ ਨੂੰ ਤੇ ਆਕੂਪਾਈਡ ਟੈਰੀਟਰੀਜ਼ ਵਿੱਚ ਹਨ। ਜੀ, 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 ਜਿਹੜੀ ਮਜ਼ਹਬ ਦੇ ਨਾਂ ਤੇ ਸਟੇਟ ਬਣਦੀ ਹੈ, ਈਵਨ ਵਿਦ ਦ ਬੈਸਟ ਇੰਟੈਂਸ਼ਨਸ, ਜਿਹੜੇ ਮਜ਼ਹਬ ਤੋਂ ਬਾਹਰ ਹੋਣ ਉਹਨਾਂ ਨੂੰ ਇਕੁਅਲ ਤੇ ਟ੍ਰੀਟ ਨਹੀਂ ਨਾ ਕਰ ਸਕਦੀ। ਨਹੀਂ, ਬਿਲਕੁਲ, ਜ਼ਿਆਦਾ ਸੈਕੂਲਰ ਸਟੇਟ has to be a state of all, but a religious ਹੂੰ, state has to be the state of ਵਨ the ਰਿਲੀਜਨ, group, yeah, one way or the other. ਉਹਦੇ ਬਾਅਦ you can treat the minorities well or you can treat them badly. ਹੂੰ, And a secular state can also be not secular in practice and treat minorities badly. But ਜੀ, analytically ਤੇ ਫਰਕ ਹੈ ਨਾ, that's what I'm saying.
ਓਕੇ। ਤੇ ਹੂੰ। ਉਸ ਤੋਂ ਬਾਅਦ ਇਹ ਜੇ ਥੋੜ੍ਹਾ ਜਿਹਾ ਜ਼ਿਕਰ ਉਹ ਜਦੋਂ ਬਾਉਂਡਰੀ ਕਮਿਸ਼ਨ ਦੇ ਵਿੱਚ ਇੱਕ ਸਿੱਖ ਜਸਟਿਸ ਵੀ ਸਨ, ਜਿਹੜੇ ਉੱਥੇ ਜ਼ਿਰਾ ਕਰਦੇ ਸਨ, ਤੇ ਇੱਕ ਮੁਸਲਿਮ ਜ਼ਿਰਾ ਕਰਦੇ ਸਨ, ਜਿਹੜੇ ਕੁਛ ਡਿਸਟ੍ਰਿਕਟ ਦੀ ਵੰਡ ਹੋ ਰਹੀ ਸੀਗੀ। ਹਾਂ, ਇੱਕ ਉਹ ਅੱਛਾ, ਗੁਰਦਾਸਪੁਰ ਵਾਲੀ ਦੱਸ ਦਿਓ, ਤੇ ਇੱਕ ਲਾਹੌਰ ਦੀ, ਤੇ ਫਿਰ ਉਹ ਅੱਛਾ, ਆਪਾਂ ਨੂੰ ਗੱਲ ਕਲੀਅਰ ਹੋ ਵੈਰੀ ਜਾਏਗੀ। ਗੁੱਡ। ਹੋਇਆ ਇਹ ਸੀ ਕਿ 3 ਜੂਨ ਪਲਾਨ ਦੇ ਮੁਤਾਬਿਕ ਜੀ, ਪੰਜਾਬ ਅਸੈਂਬਲੀਆਂ ਨੇ ਪਹਿਲੇ ਤੇ ਵੋਟ ਦੇਣਾ ਸੀ। ਵੋਟ ਹੋ ਗਿਆ ਸੀ। 3 ਜੂਨ 1947 ਲਾਰਡ ਮਾਊਂਟਬੈਟਨ declared the partition plan. ਜੀ, From that day onwards ਇਹ ਗੱਲ ਪੱਕੀ ਸੀ ਕਿ ਹੁਣ ਹਿੰਦੁਸਤਾਨ ਦੀ ਪਾਰਟੀਸ਼ਨ ਹੋਣੀ ਹੈ। ਜੀ, ਬੰਗਾਲ ਔਰ ਪੰਜਾਬ ਦੀ ਪਾਰਟੀਸ਼ਨ ਲਈ ਉਹਨਾਂ ਨੇ ਕਿਹਾ ਕਿ ਬੰਗਾਲ ਔਰ ਪੰਜਾਬ ਅਸੈਂਬਲੀ ਨੂੰ ਜਿਹੜੇ ਹਨ ਨਾ ਹਿੰਦੂ ਔਰ ਮੁਸਲਿਮ ਡਿਸਟ੍ਰਿਕਟ ਉਹਨਾਂ ਵਿੱਚ ਸਪਲਿਟ ਕਰ ਦਿਆਂਗੇ। ਜੀ, ਬੰਗਾਲ ਮੁਸਲਿਮ ਡਿਸਟ੍ਰਿਕਟਸ, ਬੰਗਾਲ ਹਿੰਦੂ ਡਿਸਟ੍ਰਿਕਟਸ, ਪੰਜਾਬ ਮੁਸਲਿਮ ਡਿਸਟ੍ਰਿਕਟਸ, ਪੰਜਾਬ ਹਿੰਦੂ ਸਿੱਖ ਡਿਸਟ੍ਰਿਕਟਸ। ਜੀ, ਇਹ ਦੋ ਬਲਾਕ ਬਣ ਕੇ ਫਿਰ ਵੋਟਿੰਗ ਕਰਨਗੇ। ਜੀ, ਇਹਨਾਂ ਚੋਂ ਇੱਕ ਵੀ ਅਗਰ ਪਾਰਟੀਸ਼ਨ ਦੇ ਹੱਕ 'ਚ ਵੋਟ ਦੇ ਦੇ ਤੇ ਉਹਨਾਂ ਦਾ ਪ੍ਰੋਵਿੰਸ ਪਾਰਟੀਸ਼ਨ ਹੋ ਜਾਏਗਾ। ਓਕੇ। ਤੇ ਜਿਹੜੇ ਹਿੰਦੂ ਸਿੱਖ ਬਲਾਕ ਸੀ ਨਾ 12 ਡਿਸਟ੍ਰਿਕਟ ਦਾ 29 ਡਿਸਟ੍ਰਿਕਟ ਸਨ ਪੰਜਾਬ ਦੇ, they ਜੀ। voted in favor of partition. ਹੂੰ, The Muslims voted in to keep the Punjab united. ਹੂੰ, Same in Bengal. ਹੂੰ, The Hindus voted for partition of Bengal and the Muslims voted for keeping Bengal united. ਜੀ, But the understanding was that if either bloc votes for partition, तो partition हो जाएगी। ਹੂੰ, लिहाजा हुन बंगाल और पंजाब की partition was going to take place। ठीक है। ਜੀ, ਜੀ, ਉਹਦੇ ਲਈ ਇੱਕ ਬਾਉਂਡਰੀ ਕਮਿਸ਼ਨ ਬਣਾਈ ਗਈ, ਜੀ, ਜਿਹਦੇ ਸਾਹਮਣੇ ਹੁਣ ਆਰਗੂਮੈਂਟਸ ਹੋਣੀਆਂ ਸਨ ਕਿ ਵੀ ਬਾਉਂਡਰੀਜ਼ ਕਿਸ ਤਰ੍ਹਾਂ ਇਹਨਾਂ ਦੀਆਂ ਦੋਨਾਂ ਦੀਆਂ ਐਸਟੈਬਲਿਸ਼ ਹੋਣਗੀਆਂ। ਹੂੰ, ਤੇ ਬੰਗਾਲ ਨੂੰ ਫਿਰ ਭਾਜੇ ਅਸੀਂ ਵੀ ਫੋਰਗੇਟ ਪੰਜਾਬ ਦੇ ਹਾਂ, ਵਿੱਚ ਪੰਜਾਬ ਤੇ ਆਪਾਂ ਜ਼ਿਆਦਾ ਜ਼ਿਕਰ ਕਰਨਾ। ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਾਉਂਡਰੀ ਕਮਿਸ਼ਨ ਦਾ ਚੇਅਰਮੈਨ ਲਈ ਇੰਗਲਿਸ਼ਮੈਨ ਨੂੰ ਬੁਲਾਇਆ ਗਿਆ, ਜੀ, ਸਿਰਲ ਰੈਡਕਲਿਫ ਨੂੰ। ਹੂੰ, ਐਂਡ ਰੈਡਕਲਿਫ ਵਾਸ ਐਕਸੈਪਟੇਬਲ ਟੂ ਆਲ ਬਾਈ ਦ ਵੇਸ। ਉਹਦੀ ਹੂੰ, ਵਜ੍ਹਾ ਸੀ ਕਿ ਹੀ ਹੈਡ ਨੈਵਰ ਬੀਨ ਟੂ ਇੰਡੀਆ। ਜਿਹੜੀ ਗੱਲ ਉਹਦੇ ਖਿਲਾਫ ਇਸਤੇਮਾਲ ਕਰਦੇ ਨੇ, ਦਿਸ ਵਾਸ ਯੂਜ਼ਡ ਇਨ ਹਿਸ ਫੇਵਰ ਕਿ ਇਜ਼ ਜੀ, ਟੋਟਲੀ ਨਿਊਟਰਲ। ਹੂੰ, ਸਾਡੇ ਜਦੋਂ ਆਦੀ ਹੈ ਨਾ ਸਟੋਰੀ ਬਣਾਉਣੀ ਤੇ ਉਹੀ ਚੀਜ਼ਾਂ ਖੁਦ ਹੀ ਪੁੱਠੀ ਕਰ ਦਿੰਦੀਆਂ ਨੇ। ਜੀ, ਜੀ, ਸੀਰੀਅਲ ਰੈਡਕਲਿਫ ਨੂੰ ਆਉਣ ਦੀ ਵਜ੍ਹਾ ਸੀ ਕਿ ਹੀ ਹੈਡ ਅ ਗੁੱਡ ਰੈਪੂਟੇਸ਼ਨ ਇਨ ਇੰਗਲੈਂਡ ਹੂੰ, and he had never been to India, so he was totally neutral in that sense. ਜੀ, Khair, that man came. He Mhm. stayed in Delhi. He didn't go to Calcutta or Lahore. ਪੰਜਾਬ, ਜੀ, ਹਾਂ। ਹੁਣ ਅਰੇਂਜਮੈਂਟ ਇਹ ਸੀ ਕਿ ਪੰਜਾਬ ਬਾਉਂਡਰੀ ਕਮਿਸ਼ਨ ਦੇ ਵਿੱਚ 4 ਜੱਜ ਅਪਾਇੰਟ ਹੋਣਗੇ। ਹੂੰ, ਕਾਂਗਰਸ 2 ਜੱਜ ਨੋਮੀਨੇਟ ਕਰੇਗੀ ਕਿਉਂਕਿ 50 ਸੀਟਸ ਇਹਦੇ ਕੋਲ ਸਨ ਨਾ, ਸਭ ਤੋਂ ਵੱਡੀ ਪਾਰਟੀ ਸੀ। ਜੀ, ਬਿਲਕੁਲ। ਔਰ ਮੁਸਲਿਮ ਲੀਗ ਵੀ 2 ਜੱਜ ਨੋਮੀਨੇਟ ਕਰੇਗੀ ਹੂੰ, ਜਿਨ੍ਹਾਂ ਕੋਲ 75 ਸੀਟਸ ਸਨ। ਓਕੇ। ਹੂੰ, ਮੁਸਲਿਮ ਲੀਗ ਨੇ ਜਸਟਿਸ ਦੀਨ ਮੁਹੰਮਦ ਜਿਹੜੇ ਗੁਜਰਾਂਵਾਲੇ ਦੇ ਸਨ ਔਰ ਜਸਟਿਸ ਮੁਨੀਰ ਜਿਹੜੇ ਮਹਿਲ ਈਸਟ ਪੰਜਾਬ ਦੇ ਸਨ ਓਰੀਜਨਲੀ ਬਟ ਗਰੋ ਅਪ ਇਨ ਲਾਹੌਰ। ਠੀਕ ਹੈ। ਇਹ 2 ਜੱਜ ਅਪਾਇੰਟ ਕੀਤੇ। ਕਾਂਗਰਸ ਨੇ ਜਸਟਿਸ ਮਹਾਜਨ, ਹੂੰ, ਆਈ ਥਿੰਕ ਤੇਜ ਬਹਾਦਰ ਮਹਾਜਨ ਜਾਂ ਕੁਝ ਇਹੋ ਜਿਹੀ ਗੱਲ ਹੈ। ਓਕੇ। ਜੀ, ਔਰ ਜਸਟਿਸ ਤੇਜਾ ਸਿੰਘ ਜੀ, ਜਿਹੜੇ ਸਿੱਖ ਸਨ ਉਹਨਾਂ ਨੂੰ ਨੋਮੀਨੇਟ ਕੀਤਾ। ਦ ਟਰਮਸ ਆਫ ਰੈਫਰੈਂਸ ਵਰ ਕਿ ਮੁਸਲਿਮ non-Muslim contiguous areas to be separated and other factors will be taken into account when demarcating the international boundary. ਜੀ, ਇਹ ਵੀ ਉਹਦੇ ਸੀ ਕਿ ਜੇ ਬਾਉਂਡਰੀ ਕਮਿਸ਼ਨ ਇੱਕ ਜੁਆਇੰਟ ਯੂਨੈਨਿਮਸ ਡਿਸੀਜਨ ਨਾ ਦੇ ਸਕੇ ਤੇ ਫਿਰ ਫਾਈਨਲ ਅਵਾਰਡ ਜਿਹੜਾ ਹੈ ਉਹ ਦੇਗਾ ਚੇਅਰਮੈਨ। ਜੀ, ਅੱਛਾ, ਹੁਣ ਦੇਖੋ 10 ਦਿਨ ਇਹ ਲਾਹੌਰ ਦੇ ਵਿੱਚ ਡਿਸਕਸ਼ਨਸ ਹੋਈਆਂ 21 ਜੁਲਾਈ ਟਿਲ 31 ਜੁਲਾਈ। ਜੀ, ਮੁਸਲਿਮ ਲੀਗ ਵੱਲੋਂ ਮੇਨ
ਜਿਹੜੇ ਲਾਇਰ ਸਨ ਸਰ ਜ਼ਫਰੁੱਲਾ ਸਨ। ਜੀ। ਕਾਂਗਰਸ ਵੱਲੋਂ ਜਿਹੜੇ ਮੇਨ ਲਾਇਰ ਸਨ ਉਹ ਮਿਸਟਰ ਸੇਤਲਵਾਲ ਸਨ। ਜੀ। ਤੀਸਤਾ ਸੇਤਲਵਾਲ ਨਹੀਂ ਹੈਗੀ, ਬੜੀ ਮਸ਼ਹੂਰ ਇੰਡੀਅਨ, ਬਿਲਕੁਲ, ਹਾਂਜੀ, 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 ਉਹਨਾਂ ਉਹਦੇ ਦੇ ਪਿਤਾ ਫਾਦਰ ਜੀ। ਸਨ, ਉਹਦੇ ਜੀ, ਪਿਤਾ ਜੀ। ਹਾਂ, ਜੀ, ਔਰ ਸਿੱਖਾਂ ਵੱਲੋਂ ਕਾਉਂਸਲ ਸਨ ਹਰਨਾਮ ਸਿੰਘ। ਜੀ। ਤੇ ਇੱਕ ਮੈਂ ਪੁੱਛਣਾ, ਜਿਹੜੇ ਤੁਸੀਂ ਮੁਸਲਿਮ ਵੱਲੋਂ ਸੀਗੇ ਜਿਹੜੇ ਜਫਰਵਾਲ, ਉਹ ਉਹੀ ਨਹੀਂ ਸਨ ਕਿ ਜਿਹੜੇ ਜਿਨ੍ਹਾਂ ਨੇ ਅਹਿਮਦੀਆ ਜਮਾਤ ਨਾਲ ਕੋਈ ਸੰਬੰਧ ਸੀ? ਨਹੀਂ, ਉਹਨਾਂ ਦਾ ਅਹਿਮਦੀਆ ਨਾਲ ਉਹ ਕੋਈ ਨਹੀਂ ਸੀ, ਲੇਕਿਨ ਉਹਨਾਂ ਨੇ ਉਸ ਦੇ ਉੱਤੇ ਰਿਪੋਰਟ ਲਿਖੀ ਹੋਈ ਹੈ, ਮੁਨੀਰ ਰਿਪੋਰਟ। ਓਕੇ, ਠੀਕ, ਠੀਕ, ਨਹੀਂ, ਉਹ ਖੁਦ ਸੁੰਨੀ ਸਨ, ਸੁੰਨੀ ਓਕੇ, ਪਦੈਸ਼। ਠੀਕ, ਠੀਕ, ਲੇਕਿਨ ਜਸਟਿਸ ਮੁਨੀਰ ਰਿਪੋਰਟ ਇਜ਼, ਯੂ ਆਰ ਰਾਈਟ, ਉਹ ਅਹਿਮਦੀ ਰਾਈਟਸ ਦੇ ਉੱਤੇ ਵੇ 53 ਓਕੇ, ਦੇ। ਠੀਕ, ਓਕੇ, ਠੀਕ, ਅੱਛਾ, ਉਹਨਾਂ ਦੀ ਕਿਤਾਬ ਹੈ ਜਿਨਾ ਟੂ ਜ਼ਿਆ। ਉਹਦੇ ਚ ਜੀ, ਉਹਨਾਂ ਨੇ ਪੇਜ 17 ਤੇ ਲਿਖਿਆ ਹੈ ਹੂੰ, ਕਿ ਰਾਵਲਪਿੰਡੀ ਜਿਹੜੇ ਹੋਏ ਰਾਈਟਸ, ਉਹਦੇ ਚ ਮੁਸਲਿਮਸ ਵਰ ਦ ਅਗਰੈਸਰਸ, ਤੇ ਉਹ ਵੀ ਮੈਂ ਕੋਟ ਕੀਤੀ ਹੋਈ ਹੈ। ਓਕੇ, ਯੈਸ, ਹਾਂ, ਅੱਛਾ, ਅੱਛਾ। ਹੁਣ ਜਦੋਂ ਮੈਂ ਉਹ ਪੂਰੀ ਜਿਹੜੀ ਹੈ ਨਾ, ਇੱਕ ਸਭ ਤੋਂ ਜ਼ਿਆਦਾ ਡਿਟੇਲ ਮੇਰੀ ਰਿਪੋਰਟ ਹੈਗੀ ਹੈ, ਇੱਕ ਕਿਤਾਬ ਪਾਰਟੀਸ਼ਨ ਐਂਡ ਰੀਜਨ, ਜੀ, edited by Ian Talbot and ਹੂੰ, ਗੁਰਹਰਪਾਲ ਸਿੰਘ। ਜੀ, ਉਹਦੇ ਚ 51 ਸਫ਼ਿਆਂ ਦੇ ਉੱਤੇ ਮੈਂ ਪੰਜਾਬ ਬਾਉਂਡਰੀ ਕਮਿਸ਼ਨ ਦੀ ਪੂਰੀ ਰਿਪੋਰਟ ਦਿੱਤੀ ਹੋਈ ਹੈ। ਜੀ, ਉਹਦੀ ਜ਼ਰਾ ਅਬ੍ਰਿਜ, ਥੋੜੀ ਸ਼ਾਰਟਰ ਫਾਰਮ, ਪੰਜਾਬ ਵਾਲੀ ਪਾਰਟੀਸ਼ਨ ਜਿਹੜੀ ਕਿਤਾਬ ਤੁਹਾਡੇ ਕੋਲ ਹੈ ਨਾ, ਹੈਗੀ ਹੈ ਉਹਦੇ, ਜੀ, ਉਹ ਪੜ੍ਹੀ ਹੈ ਮੈਂ ਉਹ। ਹਾਂ, ਉਹੀ ਉਹਦਾ ਥੋੜਾ ਪੋਰਸ਼ਨ ਜਿਨ੍ਹਾਂ ਵਾਲੀ ਕਿਤਾਬ ਵਿੱਚ ਵੀ ਹੈ। ਜੀ, ਓਕੇ, ਜੀ, ਜੱਜਾਂ ਨੇ ਆਪਣੀ ਆਪਣੀ ਪਾਰਟੀ ਜਿਹੜੀਆਂ ਸਨ ਉਹਨਾਂ ਦੇ ਹੱਕ 'ਚ ਕਿਹਾ ਕਿ ਨਹੀਂ, ਇਹਨਾਂ ਦੀ ਪੋਜੀਸ਼ਨ ਸਹੀ ਹੈ। ਜੀ, ਆਰਗੂਮੈਂਟ ਕਿਸ ਤਰ੍ਹਾਂ ਬਣੀਆਂ? ਦ ਮੁਸਲਿਮ ਹੂੰ, ਲੀਗ ਸੈਡ ਕਿ ਦ ਟਰਮ ਆਫ ਰੈਫਰੈਂਸ ਸੇ ਮੁਸਲਿਮ ਨॉन Muslim contiguous areas to be separated from one another and ਜੀ, other factors to be taken into account। ਹੂੰ, ਲਿਹਾਜ਼ਾ ਉਹਨਾਂ ਨੇ ਕਿਹਾ ਦਾ ਮਤਲਬ ਇਹ ਵੇ ਕਿ ਜਿਹੜੇ ਇਲਾਕੇ ਮੁਸਲਿਮ ਮੈਜੋਰਿਟੀ ਨੇ ਉਹ ਗੈਰ ਮੁਸਲਿਮ ਮੈਜੋਰਿਟੀ ਤੋਂ ਅਲੱਗ ਕਰੋ ਹੂੰ, ਔਰ ਉਹ ਪਾਕਿਸਤਾਨ ਨੂੰ ਮਿਲਣਗੇ। ਜੀ, ਉਹਨਾਂ ਨੇ ਇਹ ਵੀ ਆਰਗੂ ਕੀਤਾ ਕਿ ਡਿਸਟ੍ਰਿਕਟ ਦੀ ਬਜਾਏ ਤੁਸੀਂ ਤਹਿਸੀਲ ਲਵੋ, ਕਿਉਂਕਿ ਡਿਸਟ੍ਰਿਕਟ ਤੇ ਅੰਗਰੇਜ਼ਾਂ ਦੀ ਪੈਦਾਇਸ਼ ਹੈ। ਹੂੰ, ਅਗਰ ਤਹਿਸੀਲ ਤੇ ਉਹ ਪੁਰਾਣੀ ਮੁਗਲਾਂ ਦੇ ਦੌਰ ਤੋਂ ਆ ਰਹੀ ਹੈ, ਜੀ, 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 ਔਰ ਲਿਹਾਜ਼ਾ ਤਹਿਸੀਲ ਹੀ ਰੈਵਨਿਊ ਆਈਟਮ ਹੈ, ਰਾਈਟ? ਰੈਵਨਿਊ ਯੂਨਿਟ ਉਹਦੇ ਤੇ ਹੁੰਦਾ ਹੈ, ਜੀ, ਤਹਿਸੀਲਦਾਰ, ਇਹ ਉਹ ਸਾਰਾ ਕੁਝ ਸਮਝ ਗਏ, ਤਹਿਸੀਲ ਲਵੋ। ਜੀ, ਉਹਨਾਂ ਨੇ ਆਰਗੂ ਕਰਦੇ ਕਰਦੇ ਇਹ ਦਿਖਾਇਆ ਕਿ ਅੰਮ੍ਰਿਤਸਰ ਦੀ ਸਾਈਡ ਤੋਂ ਨਿਕਲ ਕੇ ਤੁਸੀਂ ਹੁੰਦੇ 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 ਸਤਲੁਜ ਤੱਕ ਪਹੁੰਚ ਜਾਵੋ, ਜੀ, ਔਰ ਜਲੰਧਰ ਵੀ ਉਹਦੇ ਚ ਹੈ, ਪਾਕਿਸਤਾਨ ਇਸ ਕਲੇਮ ਕਰ ਰਹੇ ਸਨ, ਈਵਨ ਲੁਧਿਆਣਾ। ਸਤਲੁਜ ਤੱਕ, ਜੀ, ਹਾਂ, ਲੁਧਿਆਣੇ ਤੱਕ ਕਲੇਮ ਕਰ ਰਹੇ ਸਨ ਜੀ, ਜੀ, ਮੁਸਲਿਮ ਲੀਗ ਵਾਲੇ। ਜੀ, ਓਕੇ, ਮਿਸਟਰ ਸੇਤਲਵਾਦ ਆਰਗੂਡ ਕਿ ਦੇਖੋ, ਅਦਰ ਉਹਦੇ ਚ ਲਿਖਿਆ ਗਿਆ ਮੁਸਲਿਮ ਐਂਡ ਨਾਨ ਮੁਸਲਿਮ ਕੰਟੀਗੂਅਸ ਏਰੀਆਜ਼ will be separated and other factors will be taken into account। ਜੀ, ਉਹਨਾਂ ਨੇ ਕਿਹਾ ਸਿਰਫ ਮੈਜੋਰਿਟੀ ਵਾਲੀ ਗੱਲ ਨਹੀਂ ਹੋਏਗੀ, ਅਦਰ ਫੈਕਟਰਸ ਨੂੰ ਵੀ ਸੋਚਿਆ ਜਾਏਗਾ। ਜੀ, ਉਹਨਾਂ ਨੇ ਕਿਹਾ ਕਿ ਅਦਰ ਫੈਕਟਰਸ ਇਨਕਲੂਡ ਦ ਫੈਕਟ ਕਿ ਪੂਰੇ ਇਲਾਕੇ 'ਚ ਸਭ ਤੋਂ ਜ਼ਿਆਦਾ ਰੈਵਨਿਊ ਕੌਣ ਦਿੰਦਾ ਹੈ, ਸਭ ਤੋਂ ਜ਼ਿਆਦਾ ਉਹਦੇ 'ਚ ਕੰਟਰੀਬਿਊਸ਼ਨ ਡਿਵੈਲਪਮੈਂਟ 'ਚ ਕਿਹਨੇ ਕੀਤੀ ਹੈ। ਹੂੰ, ਲਿਹਾਜ਼ਾ ਤੁਸੀਂ ਸਿਆਲਕੋਟ, ਗੁਜਰਾਂਵਾਲਾ, ਸ਼ੇਖੂਪੁਰਾ, ਲਾਹੌਰ, ਅੰਮ੍ਰਿਤਸਰ, ਨਹੀਂ, ਅੰਮ੍ਰਿਤਸਰ ਤੇ ਹੈ ਹੀ ਸੀ, ਤੁਸੀਂ ਕੀ ਕਹਿੰਦੇ ਨੇ ਯਾਰ, ਸਾਹੀਵਾਲ ਯਾਨੀ ਮੰਟਗੋਮਰੀ ਜੀ, ਔਰ ਲਾਇਲਪੁਰ, ਇਹਨਾਂ 'ਚ ਜੀ, ਜ਼ਿਆਦਾ ਪ੍ਰਾਪਰਟੀ, ਜ਼ਿਆਦਾ ਰੈਵਨਿਊ ਹਿੰਦੂ ਔਰ ਸਿੱਖ ਦਿੰਦੇ ਨੇ, ਲਿਹਾਜ਼ਾ ਇਹ ਸਾਰੇ ਪਾਕਿਸਤਾਨ, ਇੰਡੀਆ 'ਚ ਆਉਣੇ ਚਾਹੀਦੇ ਨੇ। ਹੂੰ, ਹਰਨਾਮ ਸਿੰਘ ਨੇ ਕਿਹਾ ਕਿ ਦੇਖੋ ਜੀ, ਗੱਲ ਸੁਣੋ, ਸਤਲੁਜ ਦੇ ਨਹੀਂ, ਚਨਾਬ ਤੱਕ ਬਾਰਡਰ ਹੋਣਾ ਚਾਹੀਦਾ ਹੈ। ਚਨਾਬ ਦੇ ਵੈਸਟ ਸਾਰਾ ਪਾਕਿਸਤਾਨ ਨੂੰ, ਬਾਕੀ ਲਾਹੌਰ, ਉਹਦੇ 'ਚ ਗੁਰੂ ਪੈਦਾ ਹੋਏ। ਸਿਆਲਕੋਟ ਵਿੱਚ ਵੀ ਕੋਈ ਉਹਨਾਂ ਨੇ ਦੱਸਿਆ ਸਿੱਖਾਂ ਦੀ ਕੋਈ ਹੈ ਇੰਪੋਰਟੈਂਟ, ਬਟ ਗੁਜਰਾਂਵਾਲੇ ਹੀ ਸੈਡ ਮਹਾਰਾਜਾ ਰਣਜੀਤ ਸਿੰਘ ਵਾਸ ਬੋਰਨ। ਹੂੰ,
ਸ਼ੇਖੂਪੁਰਾ ਗੁਰੂ ਨਾਨਕ ਵਾਸ ਬੋਰਨ, ਜੀ, ਜੀ, ਔਰ ਸਾਹੀਵਾਲ ਇਹ ਸਾਡੀ ਬੜੀ ਯਾਨੀ ਮੋਂਟਗੋਮਰੀ ਜ਼ਮੀਨਾਂ ਨੇ, ਲਾਇਲਪੁਰ ਨੇ, ਇਹ ਸਾਰੀਆਂ ਯਾਨੀ ਦੋਨਾਂ ਨੇ ਇੱਕੋ ਹੀ ਚੀਜ਼ਾਂ ਕਲੇਮ ਕੀਤੀਆਂ ਫॉर ਇੰਡੀਆ। ਜੀ, ਜੀ, ਗੁਰਦਾਸਪੁਰ ਮੁਸਲਿਮ ਲੀਗ ਨੇ ਡਿਮਾਂਡ ਕੀਤਾ ਕਿਉਂਕਿ ਉਹਦੇ ਵਿੱਚ ਮੈਜੋਰਿਟੀ ਮੁਸਲਮਾਨਾਂ ਦੀ ਸੀ। ਜੀ, ਜੀ। ਯਪ, ਹਾਂ, ਔਰ ਗੱਲ ਸੁਣੋ, ਫਿਰੋਜ਼ਪੁਰ ਦੀ 2 ਤਹਿਸੀਲਾਂ ਵੀ ਕਲੇਮ ਕੀਤੀਆਂ, ਜੀ, ਜ਼ੀਰਾ ਔਰ ਫਿਰੋਜ਼ਪੁਰ ਤਹਿਸੀਲ। ਬਾਕੀ ਜੀ, ਉਹਦੀ ਐਜ਼ ਅ ਡਿਸਟ੍ਰਿਕਟ ਫਿਰੋਜ਼ਪੁਰ ਵਾਸ ਹਿੰਦੂ ਸਿੱਖ ਮੈਜੋਰਿਟੀ। ਜੀ, ਅੱਛਾ, ਹੁਣ ਜਦੋਂ ਦੋਨੋਂ ਸਾਈਡਾਂ ਤੇ ਕੋਈ ਯੂਨੈਨਿਮਸ ਡਿਸੀਜਨ ਨਹੀਂ ਆਈ ਤੇ ਦੈਨ ਵਾਟ ਡਿਡ ਰੈਡਕਲਿਫ ਡੂ? ਜੀ, ਰੈਡਕਲਿਫ ਲੁਕਡ ਐਟ ਆਲ ਦ ਐਵੀਡੈਂਸ ਔਰ ਜੀ, ਉਹਨੇ ਫਿਰ ਦੇਖਿਆ ਕਿ 27 ਦਸੰਬਰ 1945 ਚ ਲਾਰਡ ਵੇਵਲ ਨੇ ਇੱਕ ਬ੍ਰੇਕਡਾਊਨ ਪਲਾਨ ਦਿੱਤੀ ਸੀ, ਜੀ, ਜਿਹਦੇ ਚ ਉਹਨੇ ਕਿਹਾ ਸੀ ਕਿ ਜੇ ਅਸੀਂ ਇੰਡੀਆ ਨੂੰ ਕਾਬੂ ਨਾ ਰੱਖ ਸਕੀਏ ਔਰ ਸਾਨੂੰ ਭੱਜਣਾ ਪਵੇ ਜੀ, ਤੇ ਅਸੀਂ ਕਿਹਨਾਂ ਹਾਲਾਤ ਵਿੱਚ ਇੰਡੀਆ ਨੂੰ ਛੱਡਾਂਗੇ। ਵੀ ਵਿਲ ਡਿਵਾਈਡ ਇੰਡੀਆ ਇਫ ਦ ਮੁਸਲਿਮਸ ਵਾਂਟ। ਹੂੰ, ਹੂੰ, ਨਾਲ ਉਹਨੇ ਜਿਹੜਾ ਬਾਰਡਰ ਦਿੱਤਾ ਉਹ 7 ਫਰਵਰੀ 1947 ਜੀ, 46 ਨੂੰ ਡਿਕਲੇਅਰ ਕੀਤਾ, ਜੀ, ਜਿਹਦੇ ਵਿੱਚ ਗੁਰਦਾਸਪੁਰ ਡਿਸਟ੍ਰਿਕਟ ਉਹਨੇ ਕਿਹਾ ਇੰਡੀਆ ਚ ਰਹਿਣਾ ਚਾਹੀਦਾ ਹੈ। ਉਹਦੀ ਵਜ੍ਹਾ ਸੀ ਕਿ ਜੇ ਗੁਰਦਾਸਪੁਰ ਪਾਕਿਸਤਾਨ ਨੂੰ ਮਿਲ ਜਾਂਦਾ ਹੈ ਔਰ ਜੀ, ਉਹਦੇ ਵਿੱਚ ਮੈਜੋਰਿਟੀ ਮੁਸਲਮਾਨਾਂ ਦੀ ਸਿਰਫ 85,000 ਦੀ ਸੀ, ਵੈਰੀ ਨੈਰੋ, very narrow. ਲੈਸ And ਦੈਨ 1%, ਲੈਸ ਦੈਨ 1%। and Ahmadiyas are included in included in as that, a Muslim. of course। ਅੱਛਾ, ਉਹਦੀ ਵਜ੍ਹਾ ਸੀ, ਜੇ ਤੁਸੀਂ ਮੈਪ ਦੇਖੋ ਨਾ, ਕਿਤਾਬ ਦੇ ਵਿੱਚ ਮੈਪ ਹੈ, ਉਹ ਸਾਰੇ ਦੇਖ ਲੈਣ। ਜੀ, ਜੇ ਤੁਸੀਂ ਅੰਮ੍ਰਿਤਸਰ ਵਾਸ ਅ ਹਿੰਦੂ ਸਿੱਖ ਮੈਜੋਰਿਟੀ ਡਿਸਟ੍ਰਿਕਟ 53%, ਲੇਕਿਨ ਜੇ ਉਹ ਗੁਰਦਾਸਪੁਰ ਵੀ ਮਿਲ ਜਾਂਦਾ ਪਾਕਿਸਤਾਨ ਨੂੰ ਬਿਕੋਜ਼ ਇਟ ਇਜ਼ ਮੁਸਲਿਮ ਮੈਜੋਰਿਟੀ, ਤੇ ਦੈਨ ਨਾਰਥ ਆਫ Amritsar ਅੰਮ੍ਰਿਤਸਰ, is Pakistan. ਹਾਂ, ਨਾਰਥ ਵੈਸਟ ਸਿਆਲਕੋਟ, ਉਹਦੇ ਬਿਲਕੁਲ ਸਾਹਮਣੇ ਸ਼ੇਖੂਪੁਰਾ, ਜੀ, ਉਹਦੇ ਹੇਠਾਂ ਗੁਜਰਾਂਵਾਲਾ, ਔਰ ਉਹਦੇ ਇਧਰ ਬਾਟਮ ਤੇ ਲਾਹੌਰ ਆ ਜਾਂਦਾ ਹੈ। ਹੂੰ, ਤੋ ਦੈਨ ਅੰਮ੍ਰਿਤਸਰ ਇਜ਼ ਇਨ ਇੰਡੀਆ ਬਟ ਇਟ ਇਜ਼ ਐਕਚੁਅਲੀ ਇਟਸ ਨੈਕ ਗੋਜ਼ ਡੀਪ ਇਨਟੂ ਪਾਕਿਸਤਾਨ। ਜੀ, ਤੇ ਵੇਵਲ ਨੇ ਕਿਹਾ ਸੀ ਬਿਕੋਜ਼ ਆਫ ਦੈਟ ਹੂੰ, ਹੂੰ, ਗੁਰਦਾਸਪੁਰ ਡਿਸਟ੍ਰਿਕਟ ਜਿਹੜਾ ਹੈ ਇਹ ਇੰਡੀਆ ਨੂੰ ਜਾਣਾ ਚਾਹੀਦਾ ਹੈ, ਵਰਨਾ ਇੰਡੀਆ ਵਿਲ ਨਾਟ ਏਬਲ ਟੂ ਡਿਫੈਂਡ ਅੰਮ੍ਰਿਤਸਰ ਇਨ ਅ ਕੇਸ ਆਫ ਵਾਰ ਵਿਦ ਪਾਕਿਸਤਾਨ। ਜੀ, 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 ਕਿਉਂਕਿ ਅੰਮ੍ਰਿਤਸਰ 3 ਪਾਸੇ ਤੋਂ ਘਿਰ ਜਾਣਾ ਸੀ ਪਾਕਿਸਤਾਨ ਦੇ। ਐਗਜ਼ੈਕਟਲੀ। ਹੂੰ, ਲੇਕਿਨ ਰੈਡਕਲਿਫ ਨੇ ਕੀ ਕੀਤਾ, ਉਹਨੇ ਕਿਹਾ ਕਿ 3 ਤਹਿਸੀਲਾਂ ਜਿਹੜੀਆਂ ਨੇ ਗੁਰਦਾਸਪੁਰ ਦੀਆਂ, ਜਿਹੜੀਆਂ ਵੈਸਟ ਆਫ ਰਾਵੀ ਨੇ, ਜੀ, ਜਿਹੜੀ ਵਾਕਈ ਅੰਮ੍ਰਿਤਸਰ ਦੇ ਇਰਦ ਗਿਰਦ ਨੇ, ਉਹ ਇੰਡੀਆ ਨੂੰ ਜਾਣ, ਤੇ ਜਿਹੜਾ ਜੀ, ਰਾਵੀ ਦੇ ਵੈਸਟ ਤੇ ਵੇ, ਜਿਹੜੀ ਜਾ ਕੇ ਸਿਆਲਕੋਟ ਨਾਲ ਮਿਲਦੀ ਹੈ, ਸ਼ਕਰਗੜ੍ਹ, ਜੀ, ਉਹ ਪਾਕਿਸਤਾਨ ਨੂੰ ਮਿਲ ਜਾਏ। ਸੋ ਹੀ ਡਿਵੀਏਟਡ ਫਰੋਮ the demarcation plan of 7th February of 1946 of Lord Wavell। ਜੀ, ਜੀ, ਉਹ ਦੇਖੋ ਉਹ ਉਹ ਇੱਕ ਉਹਨੇ ਫੇਵਰ ਪਾਕਿਸਤਾਨ ਦੀ ਕੀਤੀ ਹੈ। ਬਿਲਕੁਲ ਭਾਈ- ਅਕਸਰ ਕਿਆ ਯਾਨੀ ਕਿ ਪਾਕਿਸਤਾਨ ਦੇ ਵਿੱਚ ਤਾਸੁਰ ਆ ਕਿ ਉਹਨੇ ਫੇਵਰ ਇੰਡੀਆ ਦੀ ਕੀਤੀ ਹੈ। ਮੈਂ ਇਹ ਕਹਿ ਸਿੱਖਾਂ ਦੀ ਰਿਹਾ ਕੀਤੀ। ਬਕਵਾਸ ਹੈ ਨਾ, ਇਹ ਤੇ ਮੈਂ ਕਹਿ ਰਿਹਾ ਬਕਵਾਸ ਹੈ। ਲੈਟ ਮੀ ਐਕਸਪਲੇਨ ਦਿਸ। ਜੀ, 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 ਔਰ ਮੈਂ ਤੇ ਕਹਿ ਰਿਹਾ ਕਿ ਜੋ ਪਾਕਿਸਤਾਨ ਨੇ ਕਲੇਮ ਕੀਤਾ ਸੀ, ਲਾਹੌਰ, ਸ਼ੇਖੂਪੁਰਾ, ਗੁਜਰਾਂਵਾਲਾ, ਸਿਆਲਕੋਟ, ਮੰਡਗੁਮਰੀ, ਫੈਸਲਾਬਾਦ, ਲਾਇਲਪੁਰ, ਉਹ ਤੇ ਸਾਰਾ ਪਾਕਿਸਤਾਨ ਨੂੰ ਮਿਲ ਗਿਆ। ਮਿਲ ਗਿਆ ਬਿਲਕੁਲ। ਮਗਰ ਜਿਹੜੇ ਇਹਨਾਂ ਨੇ ਲੁਧਿਆਣਾ ਡਿਸਟ੍ਰਿਕਟ ਵੀ ਹਿੰਦੂ ਸਿੱਖ ਮੈਜੋਰਿਟੀ ਸੀ, ਹੂੰ, ਜਲੰਧਰ ਡਿਸਟ੍ਰਿਕਟ ਵੀ ਹਿੰਦੂ ਸਿੱਖ ਮੈਜੋਰਿਟੀ ਸੀ, ਜੀ, ਉਹ ਤੇ ਉਧਰ ਰਹਿ ਨਹੀਂ ਸਨ ਬਿਕੋਜ਼ ਜੀ, ਆਫ ਦ ਜੀ। ਵੇਵਲ ਡਿਮਾਰਕੇਸ਼ਨ ਪਲਾਨ। ਜੀ, ਜੀ, ਬਿਲਕੁਲ। ਲਿਹਾਜ਼ਾ ਇਹ ਬਹੁਤ ਵੱਡਾ ਇੱਕ ਫਰਾਡ ਹੈ ਜਿਹੜਾ ਕਿ ਪਾਕਿਸਤਾਨ ਵਿੱਚ ਹੈ। ਮੇਰੀ ਜਿਨ੍ਹਾਂ ਦੀ ਕਿਤਾਬ ਦੇ ਬਾਅਦ ਜੇ ਕੋਈ ਸ਼ਰੀਫ ਆਦਮੀ ਪੜ੍ਹੇਗਾ ਤੇ ਉਹ ਤੇ ਸਮਝ ਜਾਏਗਾ, ਲੇਕਿਨ ਹਕੂਮਤਾਂ ਜਾਂ ਇਸ ਤਰ੍ਹਾਂ ਹੁੰਦਾ ਤੇ ਨਹੀਂ। ਯੂ ਵਾਂਟ ਟੂ ਡਿਫੈਂਡ ਯੂਰ ਓਨ ਪੋਜੀਸ਼ਨ। ਜੀ, ਬਿਲਕੁਲ, ਬਿਲਕੁਲ। ਉਹ ਤਾਂ ਉਹਨਾਂ ਨੇ ਆਪਣੇ ਨੈਰੇਟਿਵ ਨੂੰ ਫਿਰ ਬਣਾਉਣਾ ਹੀ ਹੁੰਦਾ ਹਰ ਇੱਕ ਡਿਫੈਂਡ ਸਟੇਟ ਨੂੰ। ਕਰਨਾ ਹੈ। ਆਹੋ, ਮੇਰੇ ਖਿਲਾਫ ਆਲਰੇਡੀ ਸ਼ੁਰੂ ਹੋ ਗਏ ਨੇ, ਵਿਚ ਇਜ਼ ਆਲ ਰਾਈਟ, ਵਿਚ ਇਜ਼ ਐਕਸਪੈਕਟਡ। ਓਕੇ, ਓਕੇ। ਉਹਨਾਂ ਨੇ ਸ਼ੁਰੂ ਕਰ ਛੱਡਿਆ ਜੀ, ਇਹ ਹੈ, ਵਾਟ ਕੈਨ ਆਈ ਡੂ ਯਾਰ, ਆਈ ਹੈਵ ਡਨ ਮਾਈ ਵਰਕ ਐਂਡ ਦੈਟਸ ਆਲ।
ਹੂੰ, ਹੂੰ, ਹੂੰ। ਜਿਸ ਤਰ੍ਹਾਂ ਤੁਸੀਂ ਗੱਲਾਂ ਕੀਤੀਆਂ ਨੇ, ਹਰ ਗੱਲ ਦਾ ਜਵਾਬ ਮੈਂ ਦਿੰਦਾ ਜਾ ਰਿਹਾ ਨਾ। ਬਿਲਕੁਲ ਜੀ, ਬਿਲਕੁਲ। ਲਿਹਾਜ਼ਾ ਦ ਰੈਡਕਲਿਫ ਅਵਾਰਡ ਮੈਸਿਵਲੀ ਇਜ਼ ਇਨ ਫੇਵਰ ਆਫ ਪਾਕਿਸਤਾਨ। हुँ। ਹਿੰਦੂ ਔਰ ਸਿੱਖ ਜੋ ਮੰਗੇ ਸਨ, ਉਹ ਤੇ ਕੁਝ ਵੀ ਨਹੀਂ ਉਹਨਾਂ ਨੂੰ ਮਿਲਿਆ। जी, ਉਹਨਾਂ ਨੂੰ जी। ਤਾਂ ਸਿਰਫ ਉਹੀ ਮਿਲਿਆ ਜਿਹੜਾ ਵੇਵਲ ਦੇ ਗਿਆ ਸੀ जी, जी। ਆਲਰੇਡੀ ਔਨ 7th ਫਰਵਰੀ 1946। हुँ, हुँ, हुँ। ਲੇਕਿਨ ਜਿਹੜਾ ਉਹ ਮੰਗਦੇ ਸਨ ਕਿ ਜੀ ਇਹ ਹੈ, ਉਹ ਕੁਝ ਵੀ ਨਹੀਂ ਮਿਲਿਆ। ਸੋ ਪਾਕਿਸਤਾਨ ਗॉट ਲਾਹੌਰ, ਪਾਕਿਸਤਾਨ गॉट ਸਿਆਲਕੋਟ, ਪਾਕਿਸਤਾਨ गॉट ਨਨਕਾਣਾ ਸਾਹਿਬ ਯਾਨੀ ਸ਼ੇਖੂਪੁਰਾ, ਪਾਕਿਸਤਾਨ गॉट ਗੁਜਰਾਂਵਾਲਾ, ਬੰਡਗੁਮਰੀ, लायलपुर। ਲਾਇਲਪੁਰ ਐਂਡ ਦ ਰੈਸਟ। हुँ, हुँ। So that is the Radcliffe Award. जी, It जी, was जी। entirely given ਕਿਉਂਕਿ ਜੇ ਉਹ ਪਾਪੂਲੇਸ਼ਨ ਅੱਛਾ ਇਹ ਅਦਰ ਫੈਕਟਰਸ ਕਿਉਂ ਇਨਕਲੂਡ ਕੀਤੇ ਗਏ ਸਨ, ਉਹਦੀ ਵੀ जी। ਬੈਕਗ੍ਰਾਉਂਡ ਦੇਖ ਲਓ ਨਾ। हाँ जी। ਜਦੋਂ ਪੰਜਾਬ ਡਿਵੈਲਪ ਕੀਤਾ ਬ੍ਰਿਟਿਸ਼ ਨੇ ਤੇ ਵਾਟਰ ਵਰਕਸ, ਰੇਲਵੇ ਲਾਈਨਸ, जी। ਸਕੂਲ, ਕਾਲਜ ਉਹ ਤੇ ਸਾਰੇ ਪੰਜਾਬ ਲਈ ਬਣਾਏ ਗਏ ਸਨ ਨਾ। हुँ, हुँ, हुँ। ਹੁਣ ਜਦੋਂ ਤੁਸੀਂ ਪਾਰਟੀਸ਼ਨ ਕਰਨੀ ਹੈ ਤੇ ਹੋ ਸਕਦਾ ਹੈ ਇੱਕ ਇਲਾਕੇ 'ਚ ਮੁਸਲਮਾਨ ਜ਼ਿਆਦਾ ਨੇ, ਹਿੰਦੂ ਸਿੱਖ ਘੱਟ ਨੇ, ਲੇਕਿਨ ਵਾਟਰਵੇ ਜਿਹੜਾ ਹੈ ਉਹ ਕਾਮਨ ਹੈ ਤੇ ਉਹ हुँ। ਕਿਸ ਤਰ੍ਹਾਂ ਡਿਵਾਈਡ ਹੋਏਗਾ? ਇੱਕੋ ਸਾਈਡ ਨੂੰ ਦੇਤਾ बिल्कुल। ਜਾਏ। हुँ। ਲਿਹਾਜ਼ਾ ਉਹ ਅਦਰ ਫੈਕਟਰਸ ਵਾਸ ਮੈਂਟ ਟੂ ਟੇਕ ਇਨਟੂ ਅਕਾਊਂਟ junctions, railway stations, waterworks. Uh, but the Hindus and Sikhs insisted on property and so on, which was not accepted by Radcliffe. जी, जी, जी। Had he accepted, they would all come to India then. नहीं ना ਕੀਤਾ। नहीं कीता, बिल्कुल नहीं जी। ਲਿਹਾਜ਼ਾ ਜਿਹੜੇ ਵਾਟਰ ਵਰਕਸ ਅੱਛਾ ਉੱਥੇ ਵੀ ਇੱਕ ਮੁਸਲਿਮ ਲੀਗ ਦੀ ਪੋਜੀਸ਼ਨ ਇਸ ਤਰ੍ਹਾਂ ਕਮਜ਼ੋਰ ਹੋ ਜਾਂਦੀ ਹੈ ਜੇ ਅਸੀਂ ਕਹੀਏ ਜਿਸ ਤਰ੍ਹਾਂ ਸਰ ਜ਼ਫਰੁੱਲਾ ਨੇ ਕਿਹਾ ਸੀ ਜੀ ਤੁਸੀਂ ਤਹਿਸੀਲਾਂ ਨੂੰ ਲਵੋ हुँ, हुँ। ਤੇ ਫਿਰ ਗੁਰਦਾਸਪੁਰ ਡਿਸਟ੍ਰਿਕਟ ਦੀਆਂ ਦੋ ਤਹਿਸੀਲਾਂ ਬਟਾਲਾ ਔਰ ਫਿਰੋਜ਼ਪੁਰ ਤੇ नहीं, पठानकोट। ਬਟਾਲਾ ਔਰ ਗੁਰਦਾਸਪੁਰ पठानकोट। ਮੁਸਲਮਾਨਾਂ ਨੂੰ ओके। ਮਿਲਦੀਆਂ ਲੇਕਿਨ जी। ਪਠਾਨਕੋਟ ਜਿਹੜੀ ਸੀ ਦ ਥਰਡ ਤਹਿਸੀਲ हिंदू ਉਹ ਤੇ मेजॉरिटी। 60% ਹਿੰਦੂ ਸਿੱਖ ਸੀ जी, जी। ਉਹ ਤੇ ਫਿਰ ਇਸ ਫਾਰਮੂਲੇ ਦੇ ਮੁਤਾਬਿਕ ਇੰਡੀਆ ਕੋਲ ਜਾਂਦੀ ਤੇ ਫਿਰ जी, ਵੀ जी। ਰੋਡ ਟੂ ਕਸ਼ਮੀਰ ਤੇ ਫਿਰ ਵੀ ਇੰਡੀਆ ਕੋਲ ਰਹਿੰਦਾ। बिल्कुल, हाँ जी, ये भी बड़ा ਪਾਕਿਸਤਾਨ हैगा जी। ਪਾਕਿਸਤਾਨ ਦੀ ਪੋਜੀਸ਼ਨ ਮੈਂ ਐਨਾਲਾਈਜ਼ ਕਰਕੇ ਦਿਖਾਤੀ ਹੈ, ਇਟ ਹੈਜ਼ ਨੋ ਫੀਟ ਟੂ ਸਟੈਂਡ ਔਨ। ਜੀ, ਜੀ। ਲੇਕਿਨ ਵਿਊਅਰਸ ਵਾਸਤੇ ਇੱਕ ਥੋੜੀ ਜਿਹੀ ਇਨਫੋਰਮੇਸ਼ਨ ਦੇ ਦੇਵਾਂ ਕਿ ਜਿਹੜਾ ਇਹਨਾਂ ਨੇ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਰੋਡ ਟੂ ਕਸ਼ਮੀਰ ਦਾ, ਉਹ ਇਹਨਾਂ ਨੇ ਜ਼ਿਕਰ ਕੀਤਾ ਹੈ ਕਿ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ ਇੱਕ ਕਲੇਮ ਕੀਤਾ ਜਾਂਦਾ ਹੈ ਕਿ ਜੇ ਗੁਰਦਾਸਪੁਰ ਸਾਰਾ ਪਾਕਿਸਤਾਨ ਵਿੱਚ ਆਇਆ ਜਾਂਦਾ ਤਾਂ ਹਿੰਦੁਸਤਾਨ ਨੂੰ ਕੋਈ ਵੀ ਰਾਸਤਾ ਨਹੀਂ ਸੀ ਮਿਲਣਾ ਕਸ਼ਮੀਰ ਤੱਕ। ਫਿਰ ਜੀ, ਜੀ, ਡਾਕਟਰ ਸਾਹਿਬ ਬਿਲਕੁਲ। ਨੇ ਆਪਣੇ ਜਿਹੜੇ ਉਹ ਐਨਾਲਿਸਿਸ ਕੀਤਾ ਉਹਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਕਿ ਜਿਹੜੀ ਉਹ ਵੰਡ ਹੋਈ ਆ ਤਹਿਸੀਲਾਂ ਦੇ ਹਿਸਾਬ ਨਾਲ, ਉਹ ਤਹਿਸੀਲ ਦਾ ਜਿਹੜਾ ਸੀ ਪਠਾਨਕੋਟ ਤਹਿਸੀਲ, ਉਹ ਹਿੰਦੂ ਸਿੱਖ ਮੈਜੋਰਿਟੀ ਸੀ ਤੇ ਜੇ ਉਹਦਾ ਹੁੰਦੀ ਰਾਸਤਾ ਜੇ ਹੁੰਦੀ ਹਾਂਜੀ, ਤੇ ਜੇ ਜੀ ਹੁੰਦੀ ਹਾਂਜੀ, ਜੇ ਵੰਡ ਉਸ ਆਧਾਰ ਜੇ ਤੇ ਵੀ ਹੁੰਦੀ ਹੁੰਦੀ, ਜੇ ਹੁੰਦੀ ਹਾਂਜੀ, ਹੁੰਦੀ ਤੇ ਫਿਰ ਤਾਂ ਫਿਰ ਵੀ ਉਹ ਤੇ ਇੰਡੀਆ ਨੂੰ ਮਿਲ ਹੀ ਜਾਣਾ ਸੀ। ਉਹ ਤਾਂ ਇੰਡੀਆ ਫਿਰ ਨੂੰ ਵੀ ਮਿਲ ਇੰਡੀਆ ਨੂੰ ਮਿਲ ਜਾਣਾ ਸੀ ਤੇ ਉਹ ਰਾਸਤਾ ਜਿਹੜਾ ਆ ਉਹ ਇੰਡੀਆ ਕੋਲ ਰਹਿਣਾ ਸੀ। ਪਰ ਪਠਾਨਕੋਟ ਤੋਂ ਬਿਨਾਂ ਵੀ ਰਾਸਤਾ ਆਲਰੇਡੀ ਇੱਕ ਹੋਰ ਵੀ ਹੈ, ਜਾਣੀ ਕਿ ਹੁਸ਼ਿਆਰਪੁਰ ਤੋਂ ਹਾਂਜੀ, ਛੰਬਾ ਹੁਸ਼ਿਆਰਪੁਰ ਤੋਂ। ਤੋਂ ਉਹ ਹਾਂਜੀ, ਮੈਨੂੰ ਪਤਾ ਹੈ ਛੰਬਾ ਜੀ। ਸਟੇਟ ਤੱਕ ਜਾਂਦਾ ਹੈ, ਉਹ ਸਾਰਾ ਕੁਝ ਹੈ। ਜੀ, 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 ਜੀ। ਪਾਕਿਸਤਾਨ ਵਿੱਚ ਡਿਸਟੋਰਟ ਕਰਕੇ ਨਾ ਸਾਰੀ ਨੈਰੇਟਿਵ ਬਣਾਇਆ ਗਿਆ। ਜੀ, ਜੀ। ਅੱਛਾ ਲੇਕਿਨ ਹੁਣ ਕਿਸੇ ਨਾ ਕਿਸੇ ਨੇ ਤੇ ਸੱਚ ਬੋਲਣਾ ਸੀ, ਉਹ ਮੈਂ ਬੋਲਤਾ ਹੁਣ ਜੋ ਮਰਜ਼ੀ ਕਰ ਲਓ ਯਾਰ। ਜੀ, ਜੀ। ਅੱਛਾ ਡਾਕਟਰ ਸਾਹਿਬ ਇੱਕ ਇੱਕ ਗੱਲ ਹੋਰ ਹੈ ਕਿ ਮੈਂ ਇੱਕ ਗੱਲ ਨੋਟ ਕੀਤੀ ਹੈ ਕਿ ਜਿਵੇਂ ਨਾ ਜਦੋਂ ਵੰਡ ਦਾ ਪਾਪੂਲੇਸ਼ਨ ਕਾਊਂਟ ਕੀਤੀ ਨਾ ਉਹਨਾਂ ਨੇ, ਪਾਪੂਲੇਸ਼ਨ ਕਾਊਂਟ ਦੇ ਵਿੱਚ ਉਹਨਾਂ ਨੇ ਦੇਖਿਆ ਹਿੰਦੂ, ਸਿੱਖ ਤੇ ਮੁਸਲਿਮ ਤੇ ਕ੍ਰਿਸਚੀਅਨ ਦੀ ਗਿਣਤੀ ਤੇ ਕਿ ਜਿਹੜੇ 1-2 ਮੈਂਬਰ ਸਨ ਕ੍ਰਿਸਚੀਅਨ ਮੈਂਬਰ ਜੋ ਪੰਜਾਬ ਅਸੈਂਬਲੀ ਦੇ ਵਿੱਚ ਸਨ, ਉਹਨਾਂ ਨੇ ਵੀ ਪਾਕਿਸਤਾਨ ਦੇ ਪੱਖ ਦੇ ਵਿੱਚ ਵੋਟ ਪਾਈ ਹਾਂ, ਹੈ। ਉਹਦੀ ਸੁਣ ਲਓ, ਇਹ ਮੈਂ ਉਹਦੀ ਇੱਕ ਮਿੰਟ ਬੈਕਗਰਾਉਂਡ। ਮਾੜਾ ਜਿਹਾ ਪੂਰਾ ਕਰ ਲਵਾਂ ਮੈਂ ਕਿ ਮੈਨੂੰ ਕਦੇ-ਕਦੇ ਏਦਾਂ ਲੱਗਦਾ ਹੈ ਕਿ ਜਿਵੇਂ ਨਾ ਇੱਕ ਇਬਰਾਹਿਮਿਕ ਰਿਲੀਜਨ ਇੱਕ ਪਾਸੇ ਹੋ ਗਏ ਤੇ ਧਾਰਮਿਕ ਰਿਲੀਜਨ ਇੱਕ ਪਾਸੇ ਹੋ ਗਏ। ਕਿ ਜਾਣੀ ਕਿ ਉਹ ਅੱਛਾ, ਵੰਡ ਨੂੰ ਮੈਨੂੰ ਉਹ ਵੀ ਇੱਕ ਨਜ਼ਰ ਲੱਗਦਾ ਹੁੰਦਾ ਕਿ ਜਾਣੀ ਕਿ ਇਹ ਕਿ ਤੁਸੀਂ ਕੀ ਸੋਚਦੇ ਹੋ? ਨਹੀਂ, ਮੇਰੇ ਖਿਆਲ ਦਿਸ ਇਜ਼ ਦ ਸਿੰਪਲ ਐਕਸਪਲੇਨੇਸ਼ਨ, ਨਾਟ ਐਟ ਜੀ, ਆਲ। ਜੀ, ਗੱਲ ਇਹ ਵੇ ਕਿ ਕ੍ਰਿਸਚੀਅਨ ਮਿਸ਼ਨਸ ਦਾ ਸ਼ੁਰੂ ਤੋਂ ਲੁਧਿਆਣੇ ਤੋਂ ਹੋਏ ਸਨ, ਜੀ। ਲੇਕਿਨ ਕਨਵਰਸ਼ਨਸ ਇਹਨਾਂ ਦੀਆਂ ਵੈਸਟ ਪੰਜਾਬ ਵਿੱਚ ਹੀ ਸਾਰੀਆਂ ਹੋਈਆਂ, ਸਿਆਲਕੋਟ ਤੋਂ ਲੈ ਕੇ ਹੇਠਾਂ। ਹੂੰ, ਹੂੰ। ਲਿਹਾਜ਼ਾ 80-85% of people who had converted to Christianities were on in the western districts ਜੀ, and ਜੀ, central districts। ਜੀ, ਜੀ, ਔਰ ਲਾਹੌਰ ਦੇ ਵਿੱਚ
ਕ੍ਰਿਸਚੀਅਨਸ ਨੂੰ ਪਤਾ ਲੱਗ ਗਿਆ ਸੀ ਕਿ ਇਹ ਤੇ ਪਾਕਿਸਤਾਨ ਨਾਲ ਜਾਣਾ ਹੈ। ਹੂੰ, ਤੇ ਜੇ ਉਹ ਕਹਿ ਦੇਣ, ਜਿਸ ਤਰ੍ਹਾਂ ਅਹਿਮਦੀਆ ਨੇ ਵੀ ਸਪੋਰਟ ਪਾਕਿਸਤਾਨ ਨੂੰ ਕੀਤਾ ਨਾ, ਹਾਲਾਂਕਿ ਹੁਣ ਜੀ, ਸਮਝ ਤੇ ਆ ਗਈ ਹੋਣੀ ਹੈ ਕਿ ਪਾਕਿਸਤਾਨ ਵਿੱਚ ਤੇ ਸੁੰਨੀ ਮੈਜੋਰਿਟੀ ਹੋਏਗੀ ਤੇ ਸਾਡਾ ਤੇ ਪਤਾ ਨਹੀਂ ਕੀ ਹਾਲ ਹੋਏਗਾ। ਜੀ, ਜੀ, ਲੇਕਿਨ ਜੇ ਉਹ ਸਪੋਰਟ ਨਾ ਕਰਨ ਔਰ ਜੇ ਆ ਜਾਂਦਾ ਪੂਰਾ ਗੁਰਦਾਸਪੁਰ ਪਾਕਿਸਤਾਨ ਨੂੰ ਔਰ ਅਹਿਮਦੀ ਉਹਨੂੰ ਅਪੋਜ਼ ਕਰਦੇ ਤੇ ਉਹਨਾਂ ਦਾ ਕੀ ਹਾਲ ਹੁੰਦਾ ਜੀ, ਜੀ। ਹਾਲਾਲ ਕਿ ਤਾਂ ਹੁਣ ਵੀ ਬੁਰਾ ਹੈ। ਉਹ ਦੈਟਸ ਰਾਈਟ ਕ੍ਰਿਸਚੀਅਨਸ ਦਾ ਕੀ ਹਾਲ ਹੁੰਦਾ ਜੀ, ਜੇ ਜੀ। ਲਾਹੌਰ ਪਾਕਿਸਤਾਨ ਨੂੰ ਹੀ ਮਿਲ ਜਾਂਦਾ। ਹੂੰ, ਨਹੀਂ, ਹੂੰ, ਉਹਨਾਂ ਨੇ ਦੇਖਿਆ ਕਿ ਸਾਡੇ ਸਾਰੀ ਕਨਵਰਸ਼ਨਸ ਤੇ ਇੱਧਰ ਹੀ ਨੇ। ਹੂੰ। ਹਲੇ ਵੀ ਮੈਂ ਦੇਖਿਆ ਈਸਟ ਪੰਜਾਬ ਦੀ ਜਿਹੜੀ ਕ੍ਰਿਸਚੀਅਨ ਪਾਪੂਲੇਸ਼ਨ ਹੈ, ਉਹ ਬਹੁਤ ਛੋਟੀ ਹੈ, ਬਹੁਤ ਛੋਟੀ ਹੈ। ਜੀ, ਬਹੁਤ ਛੋਟੀ ਹੈ। ਲੇਕਿਨ ਬਹੁਤ ਛੋਟੀ ਹੈ। ਸਾਡੇ ਸਾਡੇ ਬਹੁਤ ਮਤਲਬ ਬਾਈ ਨੰਬਰਸ ਬਹੁਤ ਜ਼ਿਆਦਾ ਹੈਗੀ ਹੈ। ਜ਼ਿਆਦਾ 80% ਕ੍ਰਿਸਚੀਅਨ ਇੱਧਰ ਹੀ ਸਨ। ਹੂੰ, ਹੂੰ, ਹੂੰ। ਓਕੇ। ਲਿਹਾਜ਼ਾ ਇੱਕ ਇੱਕ ਹੋਰ ਆਰਗੂਮੈਂਟ ਵੀ ਹੋ ਸਕਦੀ ਹੈ ਕਿ ਉਹਨਾਂ ਨੇ ਕਿਹਾ ਕਿ ਬਿਕੋਜ਼ ਆਫ ਦ ਕਾਸਟ ਸਿਸਟਮ ਹੂੰ, ਸਾਡੇ ਨਾਲ ਕਦੀ ਅੱਛੀ ਟ੍ਰੀਟਮੈਂਟ ਨਹੀਂ ਹੋਣੀ ਕਿਉਂਕਿ ਦਲਿਤ ਜ਼ਿਆਦਾ ਕਨਵਰਟ ਹੋਏ ਸਨ ਨਾ। ਜੀ, ਬਿਲਕੁਲ। ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ। ਲੇਕਿਨ ਜਿਹੜੇ ਦਲਿਤ ਲੀਡਰ, ਜਿਹੜੇ ਦਲਿਤ ਸਨ, ਜਿਹੜੇ ਕਨਵਰਟ ਨਹੀਂ ਹੋਏ, ਹੂੰ, ਹੂੰ। ਉਹਨਾਂ ਨੇ ਤੇ ਕਾਂਗਰਸ ਦਾ ਸਪੋਰਟ ਦਿੱਤੀ। ਬਿਲਕੁਲ, ਉਹਨਾਂ ਨੇ ਕਾਂਗਰਸ ਸਪੋਰਟ ਕੀਤੀ। ਕ੍ਰਿਸਚੀਅਨ ਦਲਿਤ, ਉਹਨਾਂ ਨੂੰ ਤੁਸੀਂ ਦਲਿਤ ਕਹਿਣਾ ਚਾਹੋ, ਦੇ ਮੇ ਬੀ ਵਾਂਟਡ ਟੂ ਬੀ ਇਨ ਪਾਕਿਸਤਾਨ ਇਬਰਾਹਿਮਿਕ, ਲੇਕਿਨ ਇਬਰਾਹਿਮ ਦਲਿਤ ਨਾਟ ਨੈਸੈਸਰੀਲੀ। ਜੀ, ਦਲਿਤਾਂ ਨੇ ਜੀ, ਜਿਹੜੇ ਉੱਥੇ ਵੋਟ ਦਿੱਤੇ ਉਹ ਤੇ ਕਾਂਗਰਸ ਦੇ ਹੱਕ 'ਚ ਦਿੱਤੇ। ਬਿਲਕੁਲ। ਹਾਂਜੀ। ਇਹ ਵੀ ਉਹਦਾ ਐਂਗਲ ਹੈਗਾ ਨਾ। ਠੀਕ, ਠੀਕ। ਅੱਛਾ, ਇੱਕ ਹੋਰ ਮੇਰਾ ਇਸੇ ਨਾਲ ਇੱਕ ਸੰਬੰਧਿਤ ਕੁਐਸਚਨ ਹੈ ਕਿ ਮੈਂ ਜਦੋਂ ਥੋੜ੍ਹਾ ਜਿਹਾ ਡੀਪ ਪੜ੍ਹਦਾ ਨਾ ਜਿਵੇਂ ਦੇਵਬੰਦੀ ਨੇ ਤੇ ਦੂਜੇ ਨੇਗੇ ਬਰੇਲਵੀ। ਬਰੇਲਵੀਆਂ ਨੇ ਸਪੋਰਟ ਕੀਤੀ ਤੇ ਦੇਵਬੰਦੀਆਂ ਨੇ ਸਪੋਰਟ ਨਹੀਂ ਕੀਤੀ ਹੈਗੀ ਹਾਂ, ਤੇ ਉਵੇਂ ਖੁੱਲ੍ਹ ਕੇ ਨਹੀਂ ਕੀਤੀ ਹੈਗੀ ਤੇ ਇੱਕ ਜਿਹੜੀ ਜਮਾਤੀ ਉਲਮਾ ਹਿੰਦ ਇਸਲਾਮ ਜਿਹੜੀ ਅੱਛਾ ਸੀਗੀ ਜਮੀਅਤ ਉਲਮਾ ਹਿੰਦ, ਹਾਂ, ਹਾਂਜੀ, ਉਹਨਾਂ ਨੇ ਵੀ ਸਪੋਰਟ ਨਹੀਂ ਕੀਤੀ। ਉਹਨਾਂ ਦੇ ਜਿਹੜੇ ਮੌਲਾਨਾ ਮਦਨੀ ਹੈ ਨੇ, ਉਹਨਾਂ ਦੀ ਇੰਟਰਵਿਊ ਲਈ ਸੀਗੀ ਪਾਕਿਸਤਾਨ ਦੇ ਇੱਕ ਪੱਤਰਕਾਰ ਨੇ ਤੇ ਉਹਨਾਂ ਨੇ ਪੁੱਛਿਆ ਜਦੋਂ ਕਿ ਤੁਸੀਂ ਕਿਉਂ ਨਹੀਂ ਪਾਕਿਸਤਾਨ ਦੀ ਸਪੋਰਟ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਅਸੀਂ ਸਮਝਦੇ ਹਾਂ ਕਿ ਜੇ ਕੋਈ ਮਦਰਾਸੀ ਮੁਸਲਮਾਨ ਆ ਜਾਂ ਕੋਈ ਕੇਰਲਾ ਵਾਲਾ ਮੁਸਲਮਾਨ ਆ ਜਾਂ ਬਿਹਾਰੀ ਮੁਸਲਮਾਨ ਆ ਜਾਂ ਯੂਪੀ ਵਾਲਾ ਮੁਸਲਮਾਨ ਆ ਜਾਂ ਪੰਜਾਬੀ ਮੁਸਲਮਾਨ ਆ, ਇਹਨਾਂ ਦੀ ਜ਼ੁਬਾਨ ਹੀ ਇੱਕ ਨਹੀਂ ਹੈਗੀ ਤੇ ਇਹ ਧਰਮ ਇਕੱਲਾ ਇੱਕ ਹੋ ਕੇ ਇਹ ਇਕੱਠੇ ਨਹੀਂ ਰਹਿ ਸਕਦੇ ਹੈਗੇ ਇੱਕ ਬਾਉਂਡਰੀ ਦੇ ਵਿੱਚ। ਤੇ ਅਸੀਂ ਇਹ ਜਾਣੀ ਕਿ ਸਾਡਾ ਇਹ ਮੰਨਣਾ ਸੀਗਾ ਤੇ ਇਹੀ ਸਾਨੂੰ ਠੀਕ ਲੱਗਿਆ। ਤੇ ਤੁਸੀਂ ਇਹ ਤੇ ਕੀ ਸੋਚਦੇ ਹੋ ਕਿ ਇਵੇਂ ਜਿਹੜਾ ਜੋ ਉਹਨਾਂ ਦਾ ਸਟੈਂਡ ਸੀਗਾ? ਦੇਖੋ ਜੀ ਗੱਲ ਸੁਣੋ, ਇਸਲਾਮ ਜਿਹੜਾ ਹੈ ਉਹ ਇੱਕ ਮਿਸ਼ਨਰੀ ਰਿਲੀਜਨ ਹੈ। ਜੀ, ਜੇ ਤੁਸੀਂ ਉਹਨੂੰ ਉਹਦੇ ਟੈਰੀਟੋਰੀਜ਼ ਬੰਦ ਕਰ ਦਿਓਗੇ ਤਾਂ ਤੁਸੀਂ ਇਸਲਾਮ ਦੀ ਮਿਸ਼ਨ ਨੂੰ ਕਮਜ਼ੋਰ ਕਰ ਰਹੇ ਹੋ ਨਾ। ਜੀ, ਵਨ ਥਿੰਗ। ਜੀ, ਦੂਸਰੀ ਗੱਲ ਹੈ ਕਿ ਮੁਸਲਮਾਨ ਜਿਹੜੇ ਇੱਥੋਂ ਦੇ ਸਨ ਜਾਂ ਸਿੱਖ ਸਨ, ਉਹ ਹਿੰਦੂ ਸਨ, ਉਹ ਹੈਨ ਤੇ ਇੱਥੋਂ ਦੀ ਜ਼ਮੀਨ ਦੇ ਹਿੱਸਾ ਸਨ ਨਾ। ਜੀ, ਜੀ, ਤੇ ਆਪਣੇ ਇਲਾਕੇ ਨਾਲ ਪਿਆਰ, ਆਪਣੀ ਜ਼ੁਬਾਨ ਨਾਲ ਪਿਆਰ, ਆਪਣੇ ਕਲਚਰ ਨਾਲ ਪਿਆਰ, ਉਹ ਵੀ ਨਾਲ-ਨਾਲ ਚੱਲਦਾ ਹੈ। ਜੀ। ਤੁਹਾਡੇ ਮੇਰੇ ਜਿਹੜਾ ਰਿਸ਼ਤਾ ਹੈਗਾ ਹੈ, ਮੇਰਾ ਔਰ ਇੱਕ ਤਾਮਿਲ ਨਾਲ ਇਸ ਤਰ੍ਹਾਂ ਤਾਂ ਨਹੀਂ ਹੈਗਾ। ਇੱਕ ਨਹੀਂ, ਬਿਲਕੁਲ, ਹਿਊਮਨ ਹਾਂਜੀ। ਇੱਕ ਹਿਊਮਨ ਰਿਸ਼ਤਾ ਤੇ ਹੈ, ਕਿੱਧਰ ਵੀ ਉਹ ਹੋ ਤਾਂ ਸਕਦਾ ਰਹੇਗਾ। ਹੈ, ਹਾਂਜੀ। ਉਹ ਰਵੇਗਾ। ਹੂੰ, ਲੇਕਿਨ ਕਲਚਰ ਵਾਈਜ਼ ਅਸੀਂ ਜੇ ਸਾਨੂੰ ਦੋਨਾਂ ਨੂੰ ਬਿਠਾ ਦਿੱਤਾ ਜਾਏ ਹੂੰ। ਕਿ ਤੁਸੀਂ ਪੂਰੀ ਸ਼ਾਮ ਗੱਪ-ਸ਼ਪ ਕਰਨੀ ਹੈ ਤੇ ਅਸੀਂ ਕਰ ਸਕਨੇ ਹਾਂ। ਜੀ, ਜੀ, ਜੀ। But with the Tamil, after a while, because of the language barrier, because of not ਕਲਚਰ sharing the same symbols ਨੇ stories, ਹੂੰ, ਕਿਸ ਤਰ੍ਹਾਂ ਅਸੀਂ ਕਰ ਹੂੰ। ਸਕਦੇ ਹਾਂ? ਜੀ, ਜੀ, ਲਿਹਾਜ਼ਾ ਜੀ, ਇਹ ਗੱਲਾਂ ਵੀ ਸਨ। ਜਮੀਅਤ ਏ ਉਲਮਾ ਏ ਹਿੰਦ ਜੀ। ਇੱਕ ਪੋਲੀਟੀਕਲ ਆਰਗੇਨਾਈਜੇਸ਼ਨ ਸੀ। ਦਿਓਬੰਦ ਇੱਕ ਰਿਲੀਜੀਅਸ ਹਾਂਜੀ, ਦੇਵਬੰਦ ਇੱਕ ਸੈਮੀਨਰੀ। ਰਿਲੀਜੀਅਸ ਆ। ਜੀ, ਜੀ। ਦਿਓਬੰਦ ਦੇ ਵਿੱਚ ਰਾਈਟ ਵਿੰਗ, ਲੈਫਟ ਵਿੰਗ ਦੋਨੋਂ ਸੋਚਾਂ ਸਨ। ਹੂੰ। ਜਮੀਅਤ ਉਲਮਾ ਹਿੰਦ ਔਰ ਦਿਓਬੰਦ ਦੇ ਜਿਹੜੇ ਅਮੀਰ ਸਨ, ਅਮੀਰ ਤੋਂ ਮਤਲਬ ਹੈ ਲੀਡਰ, ਜੀ। ਉਹ ਗਰੁੱਪ ਜਿਹੜਾ ਮੈਜੋਰਿਟੀ, ਦੇ ਹੂੰ। ਵਰ ਇਨ ਫੇਵਰ ਆਫ ਵਾਟ ਇਜ਼ ਨੋਨ ਐਜ਼ ਵਤਨੀਅਤ, ਵਤਨ, ਜੀ। ਕਿ ਜਿਹੜਾ ਇਸ ਧਰਤੀ ਤੇ ਰਹਿੰਦਾ ਹੈ, ਉਹ ਹਿੰਦੂ ਹੋਏ, ਮੁਸਲਮਾਨ ਹੋਏ, ਸਿੱਖ ਹੋਏ, ਇਹ ਹੋਏ, ਉਹ ਹੋਏ, ਉਹ ਉਹਦਾ ਇਹ ਵਤਨ ਹੈ। ਲਿਹਾਜ਼ਾ ਇਸ ਵਤਨ ਨੂੰ ਇੰਪੀਰੀਅਲ ਰੂਲ ਤੋਂ ਆਜ਼ਾਦ ਕਰਾਉਣਾ ਜਿਹੜਾ ਹੈ, ਇਹ ਬੜੀ ਅੱਛੀ ਗੱਲ ਹੈਗੀ ਹੈ। ਵੀ ਵਾਂਟ ਟੂ ਬੀ ਫ੍ਰੀ। ਜੀ। ਹਾਂ, ਉਹਨਾਂ ਨੇ ਕਿਹਾ ਕਿ ਜੇ ਮੁਸਲਮਾਨਾਂ ਦੀ ਪਰਸਨਲ ਲਾਅ ਨੂੰ ਤੁਸੀਂ ਤੰਗ ਨਾ ਕਰੋ ਤੇ ਮੁਸਲਮਾਨ ਬਹੁਤ ਖੁਸ਼ ਨੇ ਉਹਦੇ 'ਚ। ਜੀ। ਔਰ ਕਾਂਗਰਸ ਨੇ 1931 ਵਿੱਚ ਇੱਕ ਰੈਜ਼ੋਲੂਸ਼ਨ ਵੀ ਪਾਸ ਕੀਤਾ ਕਿ ਅਸੀਂ ਮੁਸਲਿਮ ਫੈਮਿਲੀ ਲਾਅ ਨੂੰ ਜਾਂ ਮਾਈਨੋਰਿਟੀਜ਼ ਦੇ ਫੈਮਿਲੀ ਲਾਅ ਨੂੰ ਅਸੀਂ ਟੱਚ ਨਹੀਂ ਕਰਾਂਗੇ। ਉਹ ਹੂੰ, ਬਾਅਦ ਵਿੱਚ ਝਗੜਾ ਬਣ ਗਿਆ। ਸ਼ਾਹ ਸ਼ੇ ਹੂੰ।
ਉਹ ਉਦੋਂ ਸਮਝ ਨਹੀਂ ਨਾ ਆਈ ਕਿਉਂਕਿ ਉਹਨੂੰ ਤੇ ਜੀ, ਜੀ। ਸਪੋਰਟ ਚਾਹੀਦੀ ਸੀ, ਸਪੋਰਟ ਚਾਹੀਦੀ ਜੀ, ਸੀ। ਬਿਲਕੁਲ। ਹੂੰ, ਹੂੰ। ਓਕੇ। ਉਹਦੇ ਵਿੱਚ ਜਿਹੜੇ 3-4 ਨਾਮ ਨੇ, ਉਹ ਮੌਲਾਨਾ ਮਹਿਮੂਦੁਲ ਹਸਨ, ਦਿਓਬੰਦ ਦੇ ਫਾਊਂਡਰ ਫਾਦਰਸ ਵਿੱਚੋਂ ਤੁਸੀਂ ਕਹਿ ਸਕਦੇ ਹੋ। ਜੀ। ਵੈਸੇ ਤੇ ਨਨੋਤਵੀ ਉਹਨਾਂ ਨੂੰ ਗਿਣਿਆ ਜਾਂਦਾ ਹੈ ਨੰਬਰ 1, ਬਟ ਅਬਾਊਟ ਦੈਟ ਟਾਈਮ ਵਨ ਆਫ ਦ ਅਰਲੀਅਰ ਲੀਡਰਸ। ਹੂੰ, ਉਹਨਾਂ ਨੇ ਰੇਸ਼ਮੀ ਰੁਮਾਲ ਤਹਿਰੀਕ ਚਲਾਈ, ਜਿਹੜੀ ਕਿ ਅਫਗਾਨਿਸਤਾਨ ਵਿੱਚ ਬੇਸ ਸੀ, ਔਰ ਸੀ ਕਿ ਅਸੀਂ ਸਾਰੇ ਮਿਲ ਕੇ ਇੰਡੀਅਨਸ ਬ੍ਰਿਟਿਸ਼ ਇੰਪੀਰੀਅਲਿਜ਼ਮ ਦਾ ਰੂਲ ਖਤਮ ਕਰ ਦਿਆਂਗੇ। ਹੂੰ। ਤੇ ਉਹਨਾਂ ਨੂੰ ਫਿਰ ਅਰੈਸਟ ਕੀਤਾ ਗਿਆ। ਉਸੀ ਦੇ ਵਿੱਚ ਹੁਸੈਨ ਅਹਿਮਦ ਮਦਨੀ ਆਈ ਥਿੰਕ ਵਾਸ ਆਲਸੋ ਅਰੈਸਟਡ, ਵੀ ਕੈਨ ਚੈੱਕ ਦੈਟ। ਹੂੰ। ਇੱਕ ਹੋਰ ਨਾਂ ਸੀ ਮੌਲਾਨਾ ਉਬੈਦੁੱਲਾ ਸਿੰਧੀ। ਇਹਨਾਂ ਦੀ ਸਟੋਰੀ ਸੁਣ ਲਓ। ਹੂੰ। ਉਬੈਦੁੱਲਾ ਸਿੰਧੀ ਵਾਸ ਬੋਰਨ ਇਨਟੂ ਅ ਸਿੱਖ ਫੈਮਿਲੀ। ਜੀ, ਜੀ, ਜੀ। ਉਹ ਸਿੱਖ ਸਨ ਹੂੰ। ਔਰ ਗਾਲਿਬਨ ਕਿਸੇ ਜੱਟ बैकग्राउंड ਦੇ। ਜੀ। But at some point he got impressed by Islam and converted. ਹੂੰ, ਹੂੰ। ਉਹਨਾਂ ਨੇ ਵੀ ਬਹੁਤ ਕਿਤਾਬਾਂ ਲਿਖੀਆਂ ਨੇ ਵਤਨੀਅਤ ਦੇ ਹੱਕ ਵਿੱਚ। ਵੈਰੀ ਹੂੰ, ਐਨਲਾਈਟਨਡ ਮੈਨ। ਹੂੰ। ਉਹਨਾਂ ਨੇ ਕਿਹਾ ਹਿੰਦੂ ਹੋਏ, ਸਿੱਖ ਹੋਏ, ਮੁਸਲਮਾਨ ਹੋਏ, ਅਸੀਂ ਧਰਤੀ ਦੇ ਬੱਚੇ ਹਾਂ ਤੇ ਆਪਣੇ ਅਸੀਂ ਇਲਾਕਿਆਂ 'ਚ ਆਪਣੇ ਕਲਚਰ ਨੂੰ ਵੀ ਚਲਾਵਾਂਗੇ ਤੇ ਸਾਰੇ ਹਿੰਦੁਸਤਾਨ ਵਿੱਚ ਮਿਲ ਕੇ ਰਵਾਂਗੇ। ਹੂੰ, ਹੂੰ। ਸੋ ਮਹਿਮੂਦੁਲ ਹਸਨ, ਉਬੈਦੁੱਲਾ ਸਿੰਧੀ ਐਂਡ ਹੁਸੈਨ ਅਹਿਮਦ ਮਦਨੀ, ਇਹ ਦਿਓਬੰਦ ਔਰ ਜਮੀਅਤ ਉਲਮਾ ਹਿੰਦ ਹਮੇਸ਼ਾ ਕਾਂਗਰਸ ਦੇ ਨਾਲ ਰਹੀ। ਜੀ। ਲੇਕਿਨ ਦਿਓਬੰਦ ਦਾ ਇੱਕ ਰਾਈਟ ਵਿੰਗ ਜਿਹੜਾ ਸੀ, ਅਸ਼ਰਫ ਅਲੀ ਥਾਨਵੀ, ਸ਼ਬੀਰ ਅਹਿਮਦ ਉਸਮਾਨੀ, ਇਹ ਟੁੱਟ ਕੇ ਮੁਸਲਿਮ ਲੀਗ ਦੇ ਹੱਕ 'ਚ ਆ ਗਿਆ। ਓਕੇ। ਲੇਕਿਨ ਇੱਕ ਹੋਰ ਗੱਲ ਹੈ, ਜਮੀਅਤ ਉਲਮਾ ਹਿੰਦ ਔਰ ਦਿਓਬੰਦ ਦਾ ਸਾਰਾ ਹੋਲਡ ਉਰਦੂ ਸਪੀਕਿੰਗ ਬੈਲਟ 'ਚ ਸੀ। ਜੀ। ਸਮਝ ਗਏ ਤੁਸੀਂ? ਹੂੰ, ਹੂੰ। ਪੰਜਾਬ ਵਿੱਚ ਉਹਨਾਂ ਦੀ ਸੋਚ ਦੇ ਲੋਕ ਸਨ, ਉਹ ਮਜਲਿਸ-ਏ ਅਹਿਰਾਰ ਸਨ। ਹੂੰ। ਖਾਕਸਾਰ ਇੱਕ ਹੋਰ ਆਰਗੇਨਾਈਜੇਸ਼ਨ ਸੀ, ਮਿਲੀਟੈਂਟ, ਨਾਟ in that sense like Deoband, but Islamist. ਹੂੰ। Also anti, ਉਹ ਵੀ ਨੈਸ਼ਨਲਿਸਟ ਮੁਸਲਮਾਨਾਂ ਦੀ ਇੱਕ ਤੰਜ਼ੀਮ ਕਹਿ ਲਓ ਤੁਸੀਂ। ਹੂੰ। ਲਿਹਾਜ਼ਾ ਕਾਂਗਰਸ ਜਦੋਂ ਜਿਨ੍ਹਾਂ ਸਾਹਿਬ ਨੇ ਪੰਜਾਬ ਵਿੱਚ ਬ੍ਰੇਕ ਥਰੂ ਕੀਤਾ ਹੈ ਔਰ ਫਰੰਟੀਅਰ ਵਿੱਚ ਛੋਟਾ ਮੋਟਾ ਕੀਤਾ ਹੈ ਔਰ ਸਿੰਧ ਵਿੱਚ ਕੀਤਾ ਹੈ, ਤੇ ਕਿਹਨਾਂ ਦੀ ਮਦਦ ਉਹਨਾਂ ਨੇ ਲਈ? ਬਰੇਲਵੀ, ਜਿਹੜਾ ਮੇਨ ਸੈਕਟ ਹੈ ਸੁੰਨੀ ਮੁਸਲਮਾਨਾਂ ਦਾ। ਹੂੰ। ਹਿੰਦੁਸਤਾਨ ਦੀ ਮੈਜੋਰਿਟੀ ਮੁਸਲਮਾਨ ਜਿਹੜੇ ਸੁੰਨੀ ਨੇ ਔਰ 80-85% ਇੰਡੀਅਨ ਮੁਸਲਿਮਸ, ਪਾਕਿਸਤਾਨੀ ਮੁਸਲਿਮਸ, ਬੰਗਲਾਦੇਸ਼ੀ ਮੁਸਲਿਮਸ ਟੁਗੇਦਰ ਆਰ ਸੁੰਨੀ। ਜੀ। ਉਹਨਾਂ ਵਿੱਚੋਂ ਮੈਜੋਰਿਟੀ ਜਿਹੜੀ ਉਹ ਬਰੇਲਵੀ ਸਕੂਲ ਦੇ ਨੇ, ਜਿਹੜੇ ਕਿ ਦਰਗਾਹਾਂ ਤੇ ਜਾਂਦੇ ਨੇ। ਦਰਗਾਹਾਂ ਤੇ ਜਾਂਦੇ ਨੇ, ਇਹ ਹੈ ਉਹ ਹੈ, ਤੀਬ ਤਵੀਜ਼ ਧਾਗਿਆਂ ਤੇ ਬੜਾ ਇਹ ਹੁੰਦਾ ਹੈ। ਹੂੰ। ਉਹਦੇ ਬਾਅਦ ਜਿਹੜਾ ਥੋੜੀ ਐਜੂਕੇਟਿਡ ਰਿਫਾਰਮਿਸਟ ਇੰਟੈਲੈਕਚੁਅਲ ਲੋਕ ਨੇ, ਉਹ ਹਨ ਦਿਓਬੰਦੀ। ਜੀ। ਉਹਦੇ ਬਾਅਦ ਇੱਕ ਛੋਟਾ ਗਰੁੱਪ ਹੈ ਜਿਹੜਾ ਕਿ ਪ੍ਰੋ ਸਾਊਦੀ ਅਰੇਬੀਆ ਵਹਾਬੀ ਹੈ, ਜਿਹੜਾ ਹੋਰ ਵੀ ਜ਼ਿਆਦਾ ਐਕਸਟ੍ਰੀਮ ਹੈ। ਉਹ ਤਾਂ ਹਾਂਜੀ ਐਕਸਟ੍ਰੀਮ ਹੈ। ਹਾਂਜੀ। ਹਾਂਜੀ, ਉਹਨਾਂ ਨੇ ਵੀ ਸ਼ੁਰੂ ਵਿੱਚ ਕਾਂਗਰਸ ਦਾ ਹੀ ਸਾਥ ਦਿੱਤਾ, ਅਖੀਰ ਵਿੱਚ ਟੁੱਟ ਕੇ ਉਹ ਮੁਸਲਿਮ ਲੀਗ ਵਿੱਚ 46 ਵਿੱਚ ਆ ਗਏ ਸਨ, ਛੋਟੇ ਨਾ ਗਰੁੱਪ। ਜੀ, ਜੀ। ਲੇਕਿਨ ਦਿਓਬੰਦੀ ਜਿਹੜੀ ਮੇਨ ਜਮੀਅਤ ਉਲਮਾ ਹਿੰਦ ਹੈ, ਉਹ ਕਾਂਗਰਸ ਦੇ ਨਾਲ ਰਹੀ। ਹੂੰ, ਹੂੰ। ਔਰ ਉਹਨਾਂ ਦੀ ਇੱਕ ਹੈਗੇ ਸਨ ਮੌਲਾਨਾ ਹਬੀਬੁਰ ਰਹਿਮਾਨ, ਮਜਲਿਸ-ਏ ਅਹਿਰਾਰ ਦੇ, ਜੀ। ਜਿਨ੍ਹਾਂ ਦੀ ਇਹ ਗ੍ਰੈਂਡ ਸਨ ਨੂੰ ਮੈਂ ਜਾ ਕੇ ਇੰਟਰਵਿਊ ਕੀਤਾ ਸੀ ਲੁਧਿਆਣੇ 'ਚ। ਲੁਧਿਆਣਾ ਦੀ ਜਿਹੜੀ ਮੇਨ ਫਰਾਈਡੇ ਮੌਸਕ ਹੈ, ਉਹ ਉਹਨਾਂ ਦੇ ਕੋਲ ਸੀ, ਉਹ ਉੱਥੇ ਹੀ ਰਹੇ। ਹੂੰ। ਔਰ ਉਹਨਾਂ ਨੇ ਕਿਹਾ ਕਿ ਸਾਡੇ ਫਾਦਰ ਨੇ ਕਦੀ ਪਾਕਿਸਤਾਨ ਜਾਂ ਉਹਦੇ ਨਾਲ ਨਹੀਂ ਕੀਤਾ। ਵੀ ਸਟੇਡ ਔਨ ਹੇਅਰ ਐਂਡ ਵੀ ਆਰ ਹੇਅਰ ਬਿਕੋਜ਼ ਦੇਰ ਆਰ ਇੰਡੀਅਨ ਮੁਸਲਿਮਸ, ਪੰਜਾਬੀ ਮੁਸਲਿਮਸ, ਉਹਨਾਂ ਨੂੰ ਛੱਡ ਕੇ ਕਿੱਥੇ ਜਾਂਦੇ? ਦਿਸ ਇਜ਼ ਆਵਰ ਕੰਟਰੀ, ਵੀ ਬਿਲੋਂਗ ਹੇਅਰ। ਇਹ ਵੀ ਹੂੰ। ਬੈਕਗ੍ਰਾਉਂਡ ਠੀਕ ਹੈ। ਜੀ, ਜੀ, ਜੀ। ਠੀਕ ਹੈ ਡਾਕਟਰ ਸਾਹਿਬ, ਤੁਸੀਂ ਇਹਦੇ ਤੇ ਕਾਫੀ ਰੋਸ਼ਨੀ ਪਾਈ ਹੈ। ਮੈਨੂੰ ਲੱਗਦਾ ਜਿਹੜਾ ਵਿਊਅਰ ਹੈ, ਜਿਹੜਾ ਇਹਨੂੰ ਸੁਣੇਗਾ, ਉਹਨੂੰ ਜਿਹੜੀ ਪਾਰਟੀਸ਼ਨ ਦਾ ਦਰਦ ਹੈ, ਪਾਰਟੀਸ਼ਨ ਦੇ ਵਿੱਚ ਜੋ ਘਟਨਾਵਾਂ ਹੋਈਆਂ, ਉਹਦੇ ਪਿੱਛੇ ਕਾਰਨ ਤੇ ਉਸ ਤੋਂ ਬਾਅਦ ਵਿੱਚ ਜਿਹੜੀਆਂ ਸਥਿਤੀਆਂ ਉਪਜੀਆਂ ਨੇਗੀਆਂ, ਉਹਦੇ ਬਾਰੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੈ। ਆਪਣੀਆਂ ਦੋਨੇ ਬੁੱਕਸ ਦਾ ਵੀ ਜ਼ਿਕਰ ਕੀਤਾ ਹੈ ਤੇ ਉਸ ਤੋਂ ਬਾਅਦ ਜੋ ਸਿੱਖਾਂ ਦੀਆਂ ਭੂਮਿਕਾ ਸੀਗੀਆਂ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਸੀ, ਉਸਨੂੰ ਵੀ ਤੁਸੀਂ ਬਖੂਬੀ ਬਿਆਨ ਕੀਤਾ ਹੈ। ਤੇ ਡਾਕਟਰ ਸਾਹਿਬ, ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਦੇ ਸਮੇਂ ਚੋਂ ਸਮਾਂ ਕੱਢ ਕੇ ਤੁਸੀਂ ਸਾਨੂੰ ਇੱਕ ਤਰੀਕੇ ਨਾਲ ਕਲਾਸ ਰੂਪ ਦੇ ਵਿੱਚ ਗਿਆਨ ਦਿੱਤਾ। ਧੰਨਵਾਦ ਜੀ।
ਬਹੁਤ-ਬਹੁਤ ਸ਼ੁਕਰੀਆ। ਮੈਂ ਬਹੁਤ ਖੁਸ਼ ਹਾਂ ਤੁਸੀਂ ਇਹ ਐਡਾ ਐਕਸਟੈਂਡਡ ਇੰਟਰਵਿਊ ਕੀਤਾ ਹੈ ਤੇ ਇਹ ਹੀ ਹੋਣਾ ਚਾਹੀਦਾ ਹੈ ਕਿ ਲੋਕਾਂ ਤੀਕਰ ਸੱਚ ਪਹੁੰਚਣਾ ਚਾਹੀਦਾ ਹੈ ਔਰ ਕਿਤਾਬਾਂ ਮੇਰੀ ਪੜ੍ਹ ਲੈਣ, ਉੱਥੋਂ ਬੇਸਿਕ ਅਸੀਂ ਤੇ ਜੀ, ਮੇਨ ਗੱਲਾਂ ਕੀਤੀਆਂ ਨਾ, ਸਾਰਾ ਕ੍ਰੋਨੋਲੋਜਿਕਲੀ ਡੇ ਬਾਈ ਡੇ ਕਿਸ ਤਰ੍ਹਾਂ ਹੋਇਆ, ਤਾਂ ਕਿ ਪੂਰੀ ਫਿਲਮ ਤੁਹਾਡੀ ਅੱਖਾਂ ਦੇ ਸਾਹਮਣੇ ਚੱਲੇ। ਜੀ, ਮੈਂ ਤੇ ਜੀ। ਗੁਲਜ਼ਾਰ ਨੂੰ ਲਿਖਿਆ ਸੀ ਕਿ ਸਰ ਇਹਦੇ ਤੇ ਫਿਲਮ ਬਣਾ ਦਿਓ, ਉਹਨਾਂ ਨੇ ਉਹਦਾ ਜਵਾਬ ਨਹੀਂ ਦਿੱਤਾ। ਅੱਛਾ ਜੀ, ਉਹ ਇਹ ਵੇ ਕਿ ਜੇ ਇਸ ਤੇ ਫਿਲਮ ਬਣ ਜਾਏ ਨਾ ਕਿ ਕੀ ਹੋਇਆ ਸੀ, ਜੀ, ਤੇ ਸ਼ਾਇਦ ਹਕੂਮਤਾਂ ਸਮਝਦੀਆਂ ਨੇ ਕਿ ਯਾਰ ਦੁਬਾਰਾ ਉਹ ਚੀਜ਼ਾਂ ਵਾਪਸ ਆ ਜਾਣਗੀਆਂ, ਲੇਕਿਨ ਮੈਂ ਤੁਹਾਨੂੰ ਦੱਸਾਂ ਇੱਕ ਦਿਨ ਡਾਕੂਮੈਂਟਰੀ ਮੇਰੀ ਇਸ ਫਾਈਂਡਿੰਗਸ ਤੇ ਜ਼ਰੂਰ ਬਣੇਗੀ। ਕਦੋਂ ਲੋਕ ਬਿਲਕੁਲ ਹਿੰਮਤ ਮੈਨੂੰ ਕਰਦੇ ਨੇ ਆਈ ਡੋਂਟ ਨੋ। ਠੀਕ ਹੈ? ਜੀ, ਮੈਨੂੰ ਤਾਂ ਲੱਗਦਾ ਕਿ ਜਿਵੇਂ ਤੁਹਾਡੇ ਇਸ ਜਿਹੜੀ ਡਾਕੂਮੈਂਟਰੀ ਲਿਖੀ ਨੇ, ਇਹ ਜਦੋਂ ਮੈਂ ਪੜ੍ਹੀ ਤੁਹਾਡੀ ਕਿਤਾਬ, ਉਹ ਇੱਕ ਨਾ ਅੱਖਾਂ ਦੇ ਅੱਗੇ ਪਿਕਚਰ ਜਿਵੇਂ ਚੱਲ ਰਹੀ ਹੁੰਦੀ ਹੈ ਨਾ, ਉਵੇਂ ਚੱਲਦੀ ਉਹ ਹੈ। ਉਹ ਹੁਣ ਹਿੰਮਤ ਅਜੇ ਭਰਦਵਾਜ ਇੱਕ ਇੰਡੀਆ ਦੇ ਵਿੱਚ ਡਾਕੂਮੈਂਟਰੀ ਫਿਲਮ ਮੇਕਰ ਨੇ, ਉਹਨਾਂ ਨੇ ਐਕਸਲੈਂਟ 3 ਡਾਕੂਮੈਂਟਰੀਜ਼ ਬਣਾਈਆਂ ਨੇ, ਜਿਹੜੀ ਇੱਕ ਪਾਰਟੀਸ਼ਨ ਦੇ ਵਿੱਚ ਈਸਟ ਪੰਜਾਬ ਤੇ ਜੋ ਮੁਸਲਮਾਨਾਂ ਨਾਲ ਹੋਇਆ, ਉਹਨਾਂ ਨੂੰ ਹੂੰ, ਦਿਖਾਇਆ ਹੈ। ਲਿਹਾਜ਼ਾ ਇਹ ਨਹੀਂ ਜੀ, ਕਿ ਲੋਕ ਹੋਰ ਵੀ ਕੰਮ ਨਹੀਂ ਕਰ ਰਹੇ, ਬਹੁਤ ਲੋਕ ਕੰਮ ਕਰ ਰਹੇ ਨੇ। ਸੋ ਜੀ, ਅਜੇ ਜੀ। ਭਰਦਵਾਜ ਦਾ ਵੀ ਜ਼ਿਕਰ ਕਰਨਾ ਚਾਹੀਦਾ ਹੈ ਵਿਦ ਗ੍ਰੇਟ ਐਡਮਿਰੇਸ਼ਨ। ਹੂੰ, ਹੂੰ, ਹੂੰ। ਉਹਨਾਂ ਨੇ ਈਸਟ ਪੰਜਾਬ ਦੇ ਮੁਸਲਮਾਨਾਂ ਦੇ ਜਲੰਧਰ ਦੇ ਇਰਦ-ਗਿਰਦ ਔਰ ਉਹ ਜਿਹੜਾ ਕੁਛ ਹੋਇਆ, ਪਲੱਸ ਉੱਥੋਂ ਦੇ ਸੂਫੀ ਸ਼ਰਾਈਨਸ ਔਰ ਉੱਥੋਂ ਦੇ ਈਸਟ ਪੰਜਾਬ ਦੇ ਦਲਿਤ ਮੂਵਮੈਂਟ ਜਿਹੜੀ ਹੈ, ਜਿਨ੍ਹਾਂ ਨੇ ਸੂਫੀਆਂ ਨੂੰ ਅਡਾਪਟ ਕਰ ਲਿਆ, ਉਸ ਤੇ ਹੂੰ। 3 ਡਾਕੂਮੈਂਟਰੀ ਬਣਾਈਆਂ ਨੇ, ਉਹ ਵੀ ਤੁਸੀਂ ਜ਼ਰੂਰ ਦੇਖੋ। ਠੀਕ ਹੈ? ਜੀ, 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 ਜ਼ਰੂਰ, ਜ਼ਰੂਰ। ਓਕੇ ਜੀ, ਤੋ ਆਲ ਦ ਠੀਕ ਹੈ ਬੈਸਟ। ਡਾਕਟਰ ਸਾਹਿਬ, ਤੁਸੀਂ ਮੈਂ ਉਮੀਦ ਕਰਦਾ ਕਿ ਐਵੇਂ ਹੀ ਤੁਹਾਨੂੰ ਅੱਗੇ ਤੋਂ ਆਪਣੀ ਜਿਹੜੇ ਰੋਸ਼ਨ ਖਿਆਲਾਂ ਦੇ ਨਾਲ ਸਾਨੂੰ ਆਪਣੇ ਰੋਸ਼ਨ ਖਿਆਲ ਸੁਣਾਇਆ ਕਰੋਗੇ ਤੇ ਤੁਹਾਡਾ ਬਹੁਤ-ਬਹੁਤ ਜੀ ਧੰਨਵਾਦ।